वाहिगुरु जी का खालसा वाहिगुरु जी की फतेह। दसा पातशाहियां दी हाजरा हजूर जोत श्री गुरु ग्रंथ साहिब सच्चे पातशाह जी दी पावन हजूरी विच बड़े प्रेम दे नाल शाम दे दीवाना विच जो बैठे हो, सुभागड़ियां घड़ियां की प्राप्ति हुई है। आओ प्यारे दे प्यार विच टिक के समय नूं सफला बनाइए। कल दे दीवाना विच आप जी ने सरवण कीता सी जदों राय बुलार साहब अपनी फौज के समेत राय भोए की तलवंडी में वापस आ रहे हैं। अचनचेत चिट्टा वस्त्र ओढ़िया वेखिया रुके ने। सिपाहियां ने कोल जाके वेखिया चिट्टे रंग का फनीर नाग किसी व्यक्ति के उत्ते बैठा है। चल के नेड़े आए ने सप खुड विच जा वड़िया। राय सा मन विच सोचते ने जे ते मर गया ते आम है। जहरीले सप दे कोल भी जे सवास चलते ने फिर कोई अवतारी पुरुष है। घोड़े समेत कोल आए ने गुरु नानक साहब महाराज पौड़ा की आवाज सुन उठ खड़े हुए। राय बुलार नूं वेख के सतगुरां ने चरणां ते वंदना की है। उन्हें घुट के गल न लाया। सुख सांद पुछदे ने अपने कीते गुनाह का पश्चाताप करते ने। राय बुलार साहिब गुरु नानक साहब सच्चे पातशाह जी बड़े प्यार विच भेज के उन्होंने हर सवाल का जवाब दे रहे हैं। एक कोई मंग मंगी है साहिब बख्श के अपने चरणों दे विच मैनूं जोड़ लवो। इन सारे प्रकरणों नूं बड़े विस्तार सहित आप जी ने सरवण कीता है। आओ कुछ समा मनचित व्यक्तियों नूं एकाग्रचित बनाइए। पाओ प्रेम की सांझ आसीस बख्शो गज गज के आखो जी सतनाम श्री वाहिगुरु साहिब जी। सतनाम श्री वाहिगुरु साहिब जी। गात रंग चढ़ पलकत अंगा बैठियो सदन है संग अमंगा। जिस वेले राय भोए की तलवंडी के राजे राय बुलार खान साहब गुरु नानक साहब जी के सन्मुख हाथ जोड़ के बैठे ने। कहते पातशाह एको ही मंग है, मैं आप जी नूं जवानी भर दे चोजां विच वेख लवां। गुरु साहब हस के कहते खान साहब इदां ही होएगा, क्योंकि राय बुलार दे मन दे विच शर्त सी जे ते अवतारी पुरुष होणगे फिर ते इन्हां दी लीला होएगी। कोई सप दा खतरा नहीं, जे होएगा कोई आम व्यक्ति फिर मर जाएगा। हुण इस चमत्कार तो इस घटना तो इस हकीकत तो राय बुलार साहब इन्ने प्रभावित होए
ਮਨ ਭਰਿਆ, ਨੇਤਰ ਭਰੇ ਨੇ। ਗੁਰੂ ਸਾਹਿਬ ਤੋਂ ਆਗਿਆ ਲੈ ਕੇ ਘੋੜੇ ਤੇ ਸਵਾਰ ਹੋ ਕੇ ਆਪਣੇ ਮਹਿਲਾਂ ਵਿੱਚ ਆ ਗਏ। ਸਰੀਰ ਕਰਕੇ ਤੇ ਘੋੜੇ ਤੇ ਆ ਗਏ, ਦਿਲ ਗੁਰੂ ਨਾਨਕ ਸਾਹਿਬ ਕੋਲ ਲੈ ਗਿਆ। ਮਨ ਉੱਥੇ ਹੀ ਹੈ, ਕਿਉਂਕਿ ਜਿਸ ਸੱਜਣ ਦੇ ਕੋਲ ਬੈਠੇ ਆ ਮਨ ਨੂੰ ਇਕਾਗਰਤਾ ਮਿਲਦੀ ਹੈ। ਜਿਸ ਪਿਆਰੇ ਕੋਲ ਬੈਠ ਕਰਕੇ ਮਨ ਨੂੰ ਸੰਤੁਸ਼ਟੀ ਮਿਲੀ ਹੈ, ਸ਼ਾਇਦ ਇਹੋ ਜਿਹਾ ਸੁੱਖ ਅੱਜ ਤੱਕ ਧਨ ਦੌਲਤ ਵਿੱਚ ਨਹੀਂ ਸੀ ਪ੍ਰਾਪਤ ਹੋਇਆ। ਬੜੇ ਬੇਚੈਨ ਹੋਏ, ਚਾਹੁੰਦੇ ਨੇ ਕਿਵੇਂ ਨਾ ਕਿਵੇਂ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਪਣੀ ਕਚਹਿਰੀ ਵਿੱਚ ਗੁਲਾਮਾਂ ਤੇ ਬਚਨ ਕਰਾਂ, ਉਹਨਾਂ ਦੇ ਪਾਸ ਬੈਠਾ। ਦੇ ਮਨੋਰਥ ਸਾਰ ਵਿਚਾਰੇ, ਇਹ ਮਮ ਭਵ ਬੰਧਨ ਨਿਰਵਾਰੇ। ਸਿੰਘਾਸਣ ਤੇ ਇਕੱਲੇ ਬੈਠੇ ਬੈਠੇ ਰਾਏ ਬੁਲਾਰ ਸੋਚਦੇ ਨੇ ਮੈਨੂੰ ਭਵ ਸਾਗਰ ਤੋਂ ਇਹ ਪਾਰ ਕਰ ਦੇਣਗੇ। ਇਹਨਾਂ ਦੀ ਯਾਰੀ, ਇਹਨਾਂ ਦਾ ਪਿਆਰ, ਇਹਨਾਂ ਦੀ ਸੱਜਣਤਾਈ ਮੈਨੂੰ ਦੀਨ ਦੁਨੀਆ ਤੋਂ ਤਾਰ ਦੇਗੀ। ਗੁਰਬਾਣੀ ਦੇ ਵਿੱਚ ਬੜੇ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ। ਸੱਜਣ ਕੌਣ ਹੈ? ਸੱਜਣ ਸੇ ਨਾਲ ਮੈਂ ਚੱਲਦਿਆਂ ਨਾਲ ਚਲਾਨਾ, ਜਿੱਥੇ ਲੇਖਾ ਮੰਗੀਐ ਤਿੱਥੈ ਖੜੇ ਰਸਨ। ਇਹੋ ਦਰਗਾਹ ਦੇ ਸੱਜਣ ਪਿਆਰੇ ਨੇ, ਜਿੱਥੇ ਲੇਖਾ ਮੰਗਿਆ ਜਾਣਾ ਉੱਥੇ ਨਾਲ ਖੜੇ ਹੋਣਗੇ, ਜੰਮਣ ਤੇ ਮਰਨ ਕੱਟ ਦੇਣਗੇ। ਕਹਿੰਦੇ ਰਾਏ ਬੁਲਾਰ ਸਾਹਿਬ ਬੇਸ਼ੱਕ ਮੁਸਲਮਾਨ ਧਰਮ ਵਿੱਚ ਜੁੜ ਚੁੱਕੇ ਨੇ, ਪਰ ਗੁਰੂ ਨਾਨਕ ਸਾਹਿਬ ਜੀ ਤੋਂ ਇੰਨੇ ਇੰਸਪਾਇਰ ਹੋਏ, ਇੰਨੇ ਪ੍ਰਭਾਵਿਤ ਹੋ ਗਏ, ਮਨ ਆਪਣਾ ਉੱਥੇ ਛੱਡ ਕੇ ਆ ਗਏ। ਹਰ ਵੇਲੇ ਉਹਨਾਂ ਦੀ ਪ੍ਰੀਤ ਵਿੱਚ ਬੈਠੇ ਰਹਿੰਦੇ, ਹਰ ਵੇਲੇ ਮਿਲਣ ਦੀ ਦੀਦ ਹੈ, ਮਨ ਦੀ ਚਾਹਤ ਹੈ। ਤੇ ਨੌਕਰ ਸੋਚਦੇ ਆ ਵੀ ਜਿਹਨੂੰ ਕਦੇ ਸਭਾ ਦੇ ਵਿੱਚ ਝੜਕਿਆ ਸੀ ਝੱਲਾ ਤੇ ਕਮਲਾ ਕਹਿ ਕੇ, ਕੀ ਸੀ ਉਹਦੀਆਂ ਨਜ਼ਰਾਂ ਦੇ ਵਿੱਚ? ਜਿਹਨੇ ਦੋ ਪਲ ਕੋਲ ਬਹਿ ਕੇ ਮਿੱਠੇ ਬੋਲ ਕੇ ਬੋਲ ਖਾਨ ਸਾਹਿਬ ਨੂੰ ਬੋਲਿਆ। ਕਿੰਨਾ ਕਰੜਾ ਸੁਭਾਅ ਹੈ ਰਾਏ ਬੁਲਾਰ ਦਾ, ਜਿਹੜੇ ਸੱਚ ਦੇ ਪ੍ਰਤੱਗੀ ਨੇ, ਕਿਸੇ ਦੀ ਪਰਵਾਹ ਤੇ ਲਿਹਾਜ਼ ਨਹੀਂ ਕਰਦੇ। ਪਰ ਗੁਰੂ ਸਾਹਿਬ ਨੇ ਐਸਾ ਮਨ ਮੋਹਿਆ, ਅੱਠੇ ਪਹਿਰ ਨਾਨਕ ਦੇ ਖਿਆਲਾਂ ਵਿੱਚ ਰਹਿੰਦੇ ਹਨ। ਹੋਏ ਤਰਨ ਜਬ ਤਜ ਲਰਕਾਈ, ਕਰਹੂੰ ਤਬ ਮੈਂ ਬਿਨੈ ਵਡਾਈ। ਮਨ ਦੇ ਵਿੱਚ ਇੱਕ ਇੱਛਾ ਜਾਗੀ, ਜਦੋਂ ਨੌਜਵਾਨ ਹੋਣਗੇ ਗੁਰੂ ਨਾਨਕ ਸਾਹਿਬ, ਕਿਉਂਕਿ ਉਦੋਂ ਗੁਰੂ ਸ਼ਬਦ ਨਾਲ ਨਹੀਂ ਸੀ ਲੱਗਦਾ। ਰਾਏ ਬੁਲਾਰ ਸਾਹਿਬ ਦੇ ਲਈ, ਇਸ ਨਗਰ ਦੇ ਲਈ ਨਾਨਕ ਇੱਕ ਆਮ ਬੱਚਿਆਂ ਵਰਗੇ ਬੱਚੇ ਨੇ। ਇਸ ਕਰਕੇ ਕਵੀ ਜੀ ਤੇ ਭਾਈ ਬਾਲਾ ਜੀ ਨਾਨਕ ਸ਼ਬਦ ਕਹਿ ਕੇ ਸੰਬੋਧਨ ਕਰਦੇ ਨੇ। ਉਹਨਾਂ ਦੇ ਬਚਪਨ ਦੀ ਕਥਾ ਹੈ। ਗੁਰੂ ਸਾਹਿਬ ਦੇ ਪਰਥਾਏ ਕਹਿੰਦੇ ਹਰ ਵੇਲੇ ਖਿਆਲ ਮਨ ਵਿੱਚ ਰਹਿਣਾ, ਆਨੇ ਬਹਾਨੇ ਘੋੜੇ ਤੇ ਚੜ੍ਹ ਕੇ ਜੰਗਲਾਂ ਵਾਲੇ ਪਾਸੇ ਜਾਣਾ, ਕਿਸੇ ਬਹਾਨੇ ਤੇ ਮੈਂ ਵੇਖ ਲਵਾਂ। ਜਿਵੇਂ ਭੌਰੇ ਦੀ ਪ੍ਰੀਤ ਫੁੱਲ ਦੇ ਨਾਲ ਹੈ ਨਾ, ਭਾਈ ਬਾਲਾ ਜੀ ਕਹਿੰਦੇ ਰਾਏ ਬੁਲਾਰ ਸਾਹਿਬ ਦੀ ਪ੍ਰੀਤ ਹੁਣ ਗੁਰੂ ਨਾਨਕ ਸਾਹਿਬ ਨਾਲ ਇੰਨੀ ਪੱਕੀ ਹੋ ਗਈ, ਖਾਂਦਿਆਂ ਪੀਂਦਿਆਂ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਪਿਆਰੇ ਦੇ ਖਿਆਲ ਆਉਂਦੇ ਨੇ। ਹਰ ਵੇਲੇ ਉਹਨਾਂ ਦਾ ਚਿਹਰਾ ਅੱਖਾਂ ਦੇ ਸਾਵੇ ਰਹਿੰਦਾ ਏ। ਜੋਗਿਨ ਕੋ ਦੁਰਲਭ ਹੈ ਜੋ, ਦੇਹੇ ਪਰਮ ਪਦ ਮੁਝ ਕੋ ਸੋ। ਇਕੱਲੇ ਬਹਿ ਕੇ ਆਪਣੇ ਆਪ ਨਾਲ ਗੱਲਾਂ ਕਰਦੇ ਰਹਿੰਦੇ ਨੇ, ਆਖਦੇ ਆ ਮਨਾ ਮੇਰਿਆ ਤੈਨੂੰ ਤੇ ਉਹ ਰੁਤਬਾ ਪ੍ਰਾਪਤ ਹੋ ਜਾਣਾ ਜਿਹੜਾ ਯੋਗੀਆਂ ਨੂੰ ਨਹੀਂ ਮਿਲਦਾ, ਤਪਸਵੀਆਂ ਨੂੰ ਨਹੀਂ ਮਿਲਦਾ। ਤੇਰਾ ਤੇ ਸੱਜਣ ਪੂਰਾ ਹੈ, ਤੈਨੂੰ ਤੇ ਉਹ ਖੁਦਾ ਮਿਲ ਗਿਆ, ਉਹ ਨਿਰੰਕਾਰ ਮਿਲ ਗਿਆ ਜਿਸ ਨੇ ਸ੍ਰਿਸ਼ਟੀ ਸਾਜੀ ਹੈ। ਗੁਰਵ ਭਾਗ ਜਗਿਓ ਵਡ ਮੀਰਾ, ਢਿੱਗ ਖੁਦਾਏ ਤਨ ਧਾਰ ਬਸੇਰਾ। ਇਕੱਲੇ ਬੈਠੇ ਬੈਠੇ ਨੇਤਰਾਂ 'ਚ ਅਥਰੂ ਬਹਾ ਦਿੰਦੇ ਨੇ, ਇਹ ਸੋਚ ਸੋਚ ਕੇ ਮੈਨੂੰ ਐਸਾ ਸੱਜਣ ਪਿਆਰਾ ਮਿਲਿਆ, ਕੋਈ ਭਾਗ ਵੱਡੇ ਹੋਣਗੇ, ਮੇਰਾ ਕੋਈ ਪੂਰਬਲਾ ਕਰਮ ਚੰਗਾ ਹੋਣਾ ਜਿਸ ਕਰਕੇ ਨਾਨਕ ਜੀ ਨਾਲ ਮਿਲਾਪ ਹੋ ਗਿਆ, ਮੈਨੂੰ ਕੋਲ ਬੈਠਣ ਦਾ ਸੁਭਾਗ ਮਿਲ ਗਿਆ, ਮੈਨੂੰ ਬਚਨ ਕਰਨ ਦਾ ਸੁਭਾਗ ਮਿਲ ਗਿਆ, ਮੈਨੂੰ ਤਾਰ ਦੇਣਗੇ। ਬਸ ਭਾਵੁਕ ਹੋ ਜਾਂਦੇ ਨੇ। ਇਹ ਪ੍ਰੇਮ ਹੈ,
ਇਹ ਅੰਦਰ ਦੀ ਅਵਸਥਾ ਹੈ, ਜਿਸ ਅਵਸਥਾ ਵਿੱਚ ਆ ਕੇ ਦੀਨ ਦੁਨੀਆ ਦੀ ਖਬਰ ਨਹੀਂ ਰਹਿੰਦੀ। ਲੋਕੀ ਚੱਲਾ ਆਖਦੇ ਹਨ, ਬੋਲਣ ਮਿਲਣੇ ਕੋ ਫਲ ਜਾਸੋ, ਵੇਦ ਕਤੇਬ ਨਾ ਕਹਿ ਸਕਤਾ ਜੋ। ਹੁਣ ਭਰੀ ਕਚਹਿਰੀ ਵਿੱਚ ਖਾਨ ਸਾਹਿਬ ਇਹ ਗੱਲਾਂ ਕਰਦੇ ਨੇ, ਕਹਿੰਦੇ ਵੇਦਾਂ ਕਤੇਬਾਂ ਨੂੰ ਪੜ੍ਹਿਆ ਉਹਨਾਂ ਫਲ ਨਹੀਂ ਮਿਲਦਾ ਜਿੰਨਾ ਗੁਰੂ ਨਾਨਕ ਸਾਹਿਬ ਦੇ ਮਿੱਠਿਆਂ ਬੋਲਾਂ ਚੋਂ ਆਨੰਦ ਮਿਲਦਾ ਹੈ। ਭਾਈ ਬਚਨ ਸੁਣਿਆ ਕਰੋ, ਉਹਨਾਂ ਕੋਲ ਜਾ ਕੇ ਬੈਠਿਆ ਕਰੋ। ਕਹਿੰਦੇ ਜਿਹੜੇ ਸਭਾ ਦੇ ਲੋਕ ਨੇ ਉਹਨਾਂ ਦੀ ਸ਼ਰਧਾ ਨਹੀਂ ਬਣਦੀ। ਕਿਉਂ ਨਹੀਂ ਬਣਦੀ? ਕਿਉਂਕਿ ਗੁਰੂ ਸਾਹਿਬ ਦੇ ਪਿਤਾ ਜੀ ਪਟਵਾਰੀ ਨੇ, ਉਹਨਾਂ ਦੇ ਨਾਲ ਦੇ ਕੁਲੀਗ ਨੇ, ਸਾਰੇ ਨਾਲ ਦੇ ਉੱਠਣ ਬੈਠਣ ਵਾਲੇ ਯਾਰ ਦੋਸਤ ਮਿੱਤਰ ਨੇ। ਹੁਣ ਮਿੱਤਰ ਦਾ ਬੱਚਾ ਹੋਵੇ ਉਹ ਤੇ ਕੀ ਸ਼ਰਧਾ ਬਣੂਗੀ ਸੀ। ਬੇਸ਼ੱਕ ਰਾਏ ਬੁਲਾਰ ਸਾਹਿਬ ਦੇ ਇੱਕ ਨੌਕਰਾਂ ਕਰਮਚਾਰੀਆਂ ਦੇ ਵਿੱਚੋਂ ਗੁਰੂ ਸਾਹਿਬ ਦੇ ਪਿਤਾ ਇੱਕ ਪਟਵਾਰੀ ਨੇ, ਉਹਨਾਂ ਦੀ ਸ਼ਰਧਾ ਕਿਉਂ ਹੈ? ਕਿਉਂਕਿ ਨਜ਼ਰ ਅਨਾਇਤ ਹੋ ਗਈ ਹੈ, ਰੱਬ ਦੀਆਂ ਨਜ਼ਰਾਂ ਮਿਹਰ ਦੀਆਂ ਹੋਈਆਂ ਨੇ, ਇਸੇ ਕਰਕੇ ਅੰਦਰੋਂ ਪਛਾਣ ਹੋਈ ਹੈ। ਭ੍ਰਿਤ ਭੇਜ ਕਾਲੂ ਬਲਵਾਇਓ, ਕਰ ਆਦਰ ਨਿਜ ਨਿਕਟ ਬਿਠਾਇਓ। ਜਦੋਂ ਇਸ ਘਟਨਾ ਤੋਂ ਬਾਅਦ ਇੱਕ ਹਫ਼ਤਾ ਬੇਚੈਨ ਰਹੇ ਰਾਏ ਬੁਲਾਰ ਸਾਹਿਬ। ਇੱਕ ਹਫ਼ਤਾ ਖਾਣਾ ਪੀਣਾ ਚੰਗਾ ਨਹੀਂ ਲੱਗਦਾ, ਰਾਤਾਂ ਨੂੰ ਨੀਂਦ ਨਹੀਂ ਆਉਂਦੀ, ਦਿਨੇ ਚੈਨ ਨਹੀਂ, ਹਰ ਵੇਲੇ ਰੱਬ ਸਬੱਬੀ ਗੁਰੂ ਸਾਹਿਬ ਦੀਆਂ ਗੱਲਾਂ ਸੁਣਦੇ ਰਹਿੰਦੇ ਆ। ਕਦੇ ਕਿਸੇ ਕੋਲੇ, ਕਦੇ ਕਿਸੇ ਕੋਲੇ, ਕਦੇ ਗੁਰੂ ਸਾਹਿਬ ਦੇ ਪਿਤਾ ਕੋਲ ਗੱਲ ਛੇੜ ਲੈਂਦੇ ਨੇ, ਪਰ ਉਹ ਗੱਲ ਸਿਰੇ ਨਹੀਂ ਲਾਉਂਦੇ ਕਿਉਂਕਿ ਉਹ ਪੁੱਤਰ ਨੇ ਉਹਨਾਂ ਦੇ। ਰਾਏ ਸਾਹਿਬ ਉਹਨਾਂ ਦੀ ਸਿਫਤ ਸੁਣਨੀ ਚਾਹੁੰਦੇ ਆ ਵੀ ਗੁਰੂ ਸਾਹਿਬ ਦੇ ਪਿਤਾ ਸਾਡੇ ਕੋਲ ਕੋਈ ਮੇਰੇ ਸੱਜਣ ਪਿਆਰੇ ਦਾ ਬਚਨ ਸੁਣਾਉਣ, ਤੇ ਅੱਗੋਂ ਪਿਤਾ ਜੀ ਕਹਿੰਦੇ ਛੱਡ ਪਰਾਂ, ਨਿਆਣਿਆਂ ਦੀਆਂ ਗੱਲਾਂ 'ਚ ਕੀ ਹੈ, ਛੱਡਦਾ ਨਹੀਂ ਨਾ ਹੈ। ਇੱਕ ਦਿਨ ਰਾਏ ਸਾਹਿਬ ਦੇ ਮਨ ਦੇ ਵਿੱਚ ਖਿਆਲ ਆਇਆ, ਕਿਉਂ ਨਾ ਮੈਂ ਕਲਿਆਣ ਚੰਦ ਜੀ ਨੂੰ ਕੋਲ ਬੁਲਾਵਾਂ, ਮਿਹਨਤ ਕਰ ਲਈ ਕਰਨਾ ਵੀ ਜੇ ਤੈਨੂੰ ਪਛਾਣ ਨਹੀਂ ਤੇ ਮਾੜਾ ਵੀ ਨਾ ਕਿਹਾ, ਜੇ ਤੈਨੂੰ ਆਪਣੇ ਪੁੱਤ ਦੀ ਸਮਝ ਹੀ ਨਹੀਂ ਨਾ ਤੇ ਝਿੜਕਿਆ ਨਾ ਕਰ। ਆਪਣੇ ਨੌਕਰਾਂ ਨੂੰ ਘਰ ਭੇਜਿਆ, ਸੇਵਾਦਾਰ ਚੱਲ ਕੇ ਆਏ ਨੇ, ਕਲਿਆਣ ਚੰਦ ਜੀ ਨੂੰ ਸੱਦਾ ਦਿੱਤਾ, ਫੇਰ ਘਬਰਾ ਗਏ ਵੀ ਪੁੱਤ ਮੇਰਾ ਰੋਜ਼ ਮੱਝਾਂ ਚਾਰਨ ਜਾਂਦਾ ਹੈ, ਅੱਜ ਤਾਂ ਨਹੀਂ ਕੋਈ ਨਵਾਂ ਕੰਮ ਕਰ ਆਇਆ, ਅੱਜ ਤੇ ਨਹੀਂ ਕੋਈ ਉਲਾਂਭਾ, ਕਿਉਂਕਿ ਪਿਤਾ ਜੀ ਦੀ ਬਿਰਤੀ ਇੱਥੇ ਕਿਉਂ ਖੜੀ ਹੈ? ਗੁਰੂ ਸਾਹਿਬ ਨੇ ਖੜਾਈ ਹੋਈ ਹੈ। ਇਹ ਮਰਦ ਚੋਜ ਵਰਤਾ ਰਹੇ ਆ ਦੁਨੀਆ ਨੂੰ ਤਾਰਨ ਵਾਸਤੇ। ਪਿਤਾ ਕਲਿਆਣ ਚੰਦ ਫਟਾਫਟ ਤਿਆਰ ਹੋ ਕੇ ਰਾਏ ਬੁਲਾਰ ਸਾਹਿਬ ਦੀ ਕਚਹਿਰੀ ਵਿੱਚ ਪਹੁੰਚੇ। ਅੱਜ ਫੇਰ ਅੰਦਰੋਂ ਅੰਦਰ ਘਬਰਾਹਟ ਹੋ ਰਹੀ ਹੈ, ਜੇ ਨਾਨਕ ਨੇ ਕੋਈ ਨੁਕਸਾਨ ਕੀਤਾ ਹੋਇਆ, ਸ਼ਰੇ ਬਾਜ਼ਾਰ ਇੰਨੇ ਲੋਕਾਂ ਦੇ ਵਿੱਚ ਬੁਰਾ ਭਲਾ ਸੁਣਨਾ ਪਏਗਾ। ਪਰ ਜਦੋਂ ਸਭਾ ਚ ਆਏ, ਰਾਏ ਬੁਲਾਰ ਹੱਥ ਜੋੜ ਕੇ ਖੜੇ ਹੋ ਗਏ। ਪਿਤਾ ਜੀ ਨੂੰ ਇਹ ਗੱਲ ਸਮਝ ਨਹੀਂ ਆਈ, ਜਿਹੜੇ ਰਾਜੇ ਕੱਲ ਤੱਕ ਟੁੱਟ ਟੁੱਟ ਖਾਣ ਨੂੰ ਪੈਂਦੇ ਸੀ, ਉਹ ਲੋਕਾਂ ਦੀਆਂ ਫਸਲਾਂ ਉਜਾੜਨ ਦਾ ਠੇਕਾ ਲਿਆ ਤੁਸੀਂ। ਮੰਨਿਆ ਤੁਸੀਂ ਪਟਵਾਰੀ ਹੋ, ਪੁੱਤ ਤੇਰਾ ਝੱਲਾ ਕਮਲਾ ਤੇ ਥੋੜਾ ਲੋਕਾਂ ਦੇ ਖੇਤ ਉਜਾੜੂਗਾ। ਕਹਿੰਦੇ ਅੱਜ ਉਹੀ ਰਾਜਾ ਮੋਮ ਵਾਂਗ ਪਿਘਲਿਆ ਹੋਇਆ ਹੈ, ਫੁੱਲ ਵਰਗੀ ਮਹਿਕ ਉਹਦੇ ਜੀਵਨ ਵਿੱਚੋਂ ਆ ਰਹੀ ਹੈ। ਕਲਿਆਣ ਚੰਦ ਚੁੱਪ ਚਪੀਤੇ ਜਦੋਂ ਸਭਾ ਦੇ ਵਿੱਚ ਆਏ, ਰਾਏ ਬੁਲਾਰ ਸਾਹਿਬ ਸਿੰਘਾਸਣ ਤੋਂ ਉੱਠ ਕੇ ਨੇੜੇ ਆਏ, ਭੱਜ ਕੇ ਗੁਰੂ ਸਾਹਿਬ ਦੇ ਪਿਤਾ ਨੂੰ ਗਲ ਲਾ ਲਿਆ, ਸੱਪ ਵਾਂਗੂ ਲਿਪਟ ਗਏ। ਪਿਤਾ ਕਲਿਆਣ ਚੰਦ ਨੂੰ ਗੱਲ ਸਮਝ ਨਹੀਂ ਆ ਰਹੀ ਵੀ ਹੋ ਕੀ ਰਿਹਾ। ਸਤਿਨਾਮ। ਕੱਲ ਤੱਕ ਤੇ ਝੜਕਦੇ ਸੀ, ਕਹਿੰਦੇ ਸੀ ਮੁਆਵਜ਼ਾ ਦਿਓ, ਜ਼ਿਮੀਂਦਾਰ ਦਾ ਨੁਕਸਾਨ ਕੀਤਾ, ਤੇ ਅੱਜ ਉਹੀ ਰੂੜ ਬੋਲਣ ਵਾਲਾ, ਰੁੱਖਾ ਬੋਲਣ ਵਾਲਾ ਇਨਸਾਨ ਇੰਨਾ ਮਿੱਠਾ ਕਿਵੇਂ ਹੋ ਗਿਆ। ਨਿਜ ਸੁਤ ਕੋ ਸੁਤ ਜਾਨੋ ਨਹੀਂ, ਭਾਵਤਾਰ ਤੋਹੀ ਕਰਮਾਹੀ। ਭਰੀ ਸਭਾ ਦੇ ਵਿੱਚੋਂ ਗੁਰੂ ਸਾਹਿਬ ਦੇ ਪਿਤਾ ਨੂੰ ਕਲਿਆਣ ਚੰਦ ਜੀ ਨੂੰ ਲੈ ਕੇ ਰਾਏ ਸਾਹਿਬ ਬਾਹਰ ਆ ਗਏ। ਬਿਠਾਇਆ ਰੁੱਖ ਦੀ ਛਾਵੇਂ, ਦੁੱਧ ਛਕਾਇਆ। ਪਿਤਾ ਜੀ ਸਤਿਗੁਰਾਂ ਦੇ ਪੁੱਛਦੇ ਆ, ਕਹਿੰਦੇ ਰਾਜਨ ਕੀ ਹੋਇਆ, ਗੱਲ ਦੱਸੋਗੇ? ਉਹ ਕਹਿੰਦੇ ਹੋਇਆ ਕੁਛ ਨਹੀਂ, ਮੈਂ ਇੱਕੋ ਇੱਕ ਤੁਹਾਡੇ ਅੱਗੇ ਬੇਨਤੀ ਕਰਨੀ ਹੈ, ਮੈਨੂੰ ਆਸ ਹੈ ਤੁਸੀਂ ਮੋੜੋਗੇ। ਰਾਏ ਬੁਲਾਰ ਸਾਹਿਬ ਰਾਜੇ ਆ, ਨਿਮਰਤਾ ਕਿੰਨੀ ਆ, ਪਿਆਰ ਕਿੰਨਾ ਹੈ, ਸ਼ਿੱਦਤ ਕਿੰਨੀ ਹੈ। ਕਲਿਆਣ ਚੰਦ ਹੱਥ ਜੋੜ ਕੇ ਕਹਿੰਦੇ ਜੀ ਸ਼ਰਮਿੰਦਾ ਨਾ ਕਰੋ, ਜੋ ਹੈ ਸੱਚੀ ਸੱਚ ਦੱਸ ਦਿਓ, ਕੋਸ਼ਿਸ਼ ਕਰਾਂਗਾ ਤੁਹਾਡੀ ਗੱਲ ਮੰਨਣ ਦੀ। ਤੇ ਰਾਏ ਸਾਹਿਬ ਆਖਣ ਲੱਗੇ, ਆਪਣੇ ਪੁੱਤ ਨੂੰ ਅੱਜ ਤੋਂ ਬਾਅਦ ਕਦੇ ਵੀ ਝਿੜਕਣਾ ਨਹੀਂ। ਆਖੋ ਸਤਿਨਾਮ। ਨਾਨਕ ਜੀ ਨੂੰ
ਮੰਦਾ ਫਿੱਕਾ ਅਲਫਾਜ਼ ਤੁਸੀਂ ਨਹੀਂ ਕਦੇ ਬੋਲਣਾ। ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਤੁਹਾਡੇ ਪੁੱਤਰ ਅਵਤਾਰੀ ਪੁਰਸ਼ ਨੇ। ਕਹਿੰਦੇ ਪਿਤਾ ਨੇ ਸੁਣਿਆ, ਸੁਣ ਕੇ ਆਮ ਜੀਆਂ ਗੱਲਾਂ ਵਰਗੀ ਗੱਲ ਹੈ, ਕੋਈ ਬਹੁਤਾ ਪ੍ਰਭਾਵ ਨਹੀਂ। ਇਹ ਤੇ ਪੰਡਤ ਹਰਦਿਆਲ ਜੀ ਨੇ ਕਿਹਾ ਸੀ 32 ਗੁਣਾ ਤੋਂ ਬਾਅਦ 33ਵਾਂ ਸੁਣ ਲਓ, ਪਰ ਤੁਹਾਡੇ ਤੇ ਅਸਰ ਨਹੀਂ ਹੋਣਾ, ਕਿਉਂਕਿ ਤੁਸੀਂ ਪੁੱਤ ਨੂੰ ਨਹੀਂ ਸਮਝ ਸਕਦੇ। ਖਾਨ ਸਾਹਿਬ ਹੱਥ ਜੋੜ ਕੇ ਕਹਿਣ ਲੱਗੇ ਕਲਿਆਣ ਚੰਦ ਜੀ, ਨਾਨਕ ਜੀ ਬਹੁਤ ਪਿਆਰੇ ਨੇ, ਦਿਲ ਦੇ ਬੜੇ ਮਾਸੂਮ ਹਨ, ਵੇਖਿਓ ਕਿਤੇ ਅੱਖਾਂ ਭਰ ਕੇ ਨਾ ਡਰਾਇਓ, ਕਿਤੇ ਕੌੜੇ ਬੋਲ ਬੋਲਿਓ ਨਾ। ਜਾਗਿਓ ਗੁਰੂ ਭਾਗ ਜਗਤੀਰੋ, ਤਬ ਸੰਸਰ ਕੋ ਔਰ ਨਾ ਹੀਰੋ। ਐਨੇ ਬਚਨ ਕਹਿ ਕੇ ਰਾਏ ਬੁਲਾਰ ਭਾਵੁਕ ਹੋ ਗਏ, ਹੱਥ ਜੋੜ ਕੇ ਕਹਿਣ ਲੱਗੇ ਕਲਿਆਣ ਚੰਦ ਜੀ, ਕਿਹੜੇ ਹੀਰੇ ਮੋਤੀ ਦਾਨ ਕੀਤੇ ਹੋਣਗੇ, ਕਿੱਡੇ ਵੱਡੇ ਭਾਗ ਨੇ ਤੁਹਾਡੇ, ਤੁਹਾਡੇ ਘਰ ਨਾਨਕ ਜੀ ਦਾ ਅਵਤਾਰ ਹੋਇਆ। ਮੈਨੂੰ ਤੇ ਖੁਸ਼ੀ ਇਸ ਗੱਲ ਦੀ ਆ ਵੀ ਮੇਰੇ ਨਗਰ ਵਿੱਚ ਅਵਤਾਰ ਹੋਇਆ, ਪਰ ਤੁਹਾਡੇ ਤੇ ਭਾਗ ਹੀ ਬਹੁਤ ਵੱਡੇ ਆ, ਤੁਸੀਂ ਤੇ ਪੂਜਣ ਲਾਇਕ ਹੋ। ਅਸਨ ਬਸਨ ਸਾਦਰ ਸੋ ਦੀਜੈ, ਅਵਹੇਲਨ ਨਹਿ ਤਿਨ ਕੋ ਕੀਜੈ। ਜਦੋਂ ਬਾਰ-ਬਾਰ ਇਹ ਗੱਲ ਆਖੀ, ਕਲਿਆਣ ਚੰਦ ਹੱਥ ਜੋੜ ਕੇ ਕਹਿੰਦੇ ਜੀ ਮੈਂ ਕੋਸ਼ਿਸ਼ ਕਰਾਂਗਾ। ਕੋਸ਼ਿਸ਼ ਕਿਉਂ? ਉਹਨਾਂ ਨੂੰ ਲੱਗਦਾ ਵੀ ਮੇਰਾ ਪੁੱਤ ਨਕੰਮਾ, ਕੋਈ ਕੰਮਕਾਰ ਨਹੀਂ ਕਰਦਾ, ਜਿਵੇਂ ਰਾਜੇ ਦੀ ਮੰਨ ਲਈ, ਉਹ ਜਿਹੜਾ ਮਾੜਾ ਮੋਟਾ ਮੱਝਾਂ ਚਾਰਦਾ ਉਹ ਤੋਂ ਵੀ ਜਾਊਗਾ, ਖੁਸਾ ਦਾ ਨਾਮ ਵਿਗੜਨ ਵਾਲਾ ਹੀ ਕੰਮ ਹੈ। ਪਿਤਾ ਜੀ ਬਹੁਤੇ ਸਹਿਮਤ ਨਹੀਂ, ਪਰ ਰਾਜੇ ਦੀ ਗੱਲ ਮੋੜ ਨਹੀਂ ਸਕਦੇ। ਕਹਿੰਦੇ ਜੀ ਮੈਂ ਕੋਸ਼ਿਸ਼ ਕਰਾਂਗਾ। ਅੱਗੋਂ ਰਾਜਾ ਹੱਥ ਜੋੜ ਕੇ ਪਤਾ ਕੀ ਕਹਿੰਦਾ? ਕਹਿੰਦਾ ਜਿੰਨੇ ਮਰਜ਼ੀ ਕੱਪੜੇ ਮੰਗਣ, ਜਿਹੋ ਜਿਹੇ ਮਰਜ਼ੀ ਭੋਜਨ ਮੰਗਣ, ਕਲਿਆਣ ਚੰਦ ਜੀ ਤੁਹਾਡੀ ਮੈਂ ਤਨਖਾਹ ਵੱਧ ਕਰ ਦਿਆਂਗਾ 500, ਉਹਨਾਂ ਸਮਿਆਂ 500 ਰਜਤ ਬਣ, ਪਰ ਤੁਸੀਂ ਮੇਰੇ ਪਿਆਰੇ ਸੱਜਣ ਗੁਰੂ ਨਾਨਕ ਸਾਹਿਬ ਨੂੰ ਝਿੜਕਣਾ ਨਹੀਂ। ਰੌਲਾ ਪਾਉਂਦੇ ਸੀ ਨਾ ਤੁਸੀਂ ਵੀ ਮੇਰਾ ਪੁੱਤ ਭਾਂਡੇ ਸੁੱਟ ਆਉਂਦਾ ਹੈ, ਗਹਿਣੇ ਸੁੱਟ ਆਉਂਦਾ ਹੈ। ਖਾਨ ਸਾਹਿਬ ਕਹਿੰਦੇ ਜਿੱਦਣ ਤੈਨੂੰ ਘਾਟਾ ਪਵੇ ਮੇਰੇ ਦਰਬਾਰ ਚ ਆ ਜੀ, ਮੈਨੂੰ ਹੁਕਮ ਲਾ ਦਿਓ, ਸਾਰਾ ਖਰਚਾ ਮੈਂ ਦਿਆਂਗਾ। ਤੇ ਪਿਤਾ ਕਿਤੇ ਕਿਤੇ ਸੋਚਦੇ ਵੀ ਆ ਵੀ ਚੱਲ ਜੇ ਘਾਟਾ ਵਾਧਾ ਹੋ ਗਿਆ ਤਾਂ ਵੀ ਵਧੀਆ, ਹੁਣ ਤੇ ਪੱਲੇ ਤੋਂ ਨਹੀਂ ਪੈਣਾ। ਪਰ ਕਿਤੇ ਇਹ ਵੀ ਪਛਤਾਵਾ ਅੰਦਰੋਂ ਹੁੰਦਾ ਹੈ ਵੀ ਜੇ ਰਾਜੇ ਦੀਆਂ ਗੱਲਾਂ ਤੇ ਮੈਂ ਬਹੁਤਾ ਭਰੋਸਾ ਕਰ ਲਿਆ, ਅੱਗੇ ਤੇ ਲੋਕੀ ਕਹਿੰਦੇ ਆ ਨਾਨਕ ਮਾੜਾ ਮੋਟਾ ਕਹਿਣਾ ਮੰਨਣ ਲੱਗ ਗਿਆ, ਉਹ ਇਹ ਤੋਂ ਵੀ ਜਾਊ। ਕਿਉਂਕਿ ਬੱਚਿਆਂ ਦੀ ਤਾਰੀਫ ਕੀਤਿਆਂ ਤੋਂ ਬੱਚੇ ਕਹਿਣੇ ਤੋਂ ਬਾਹਰ ਹੋ ਜਾਂਦੇ ਆ। ਇਹ ਚਾਣਕਿਆ ਰਾਜਨੀਤੀ ਲਿਖ ਰਹੀ ਹੈ ਇਸ ਦੇਸ਼ ਦੀ। ਜਦ ਤੁਸੀਂ ਨੌਕਰ ਨੂੰ, ਬੱਚਿਆਂ ਨੂੰ ਤੇ ਰਿਸ਼ਤੇਦਾਰਾਂ ਦੀ ਬਹੁਤੀ ਤਾਰੀਫ ਕਰਨ ਲੱਗ ਜਾਓਗੇ, ਬਸ ਉਸੇ ਦਿਨ ਤੋਂ ਤੁਹਾਡੀਆਂ ਜੜ੍ਹਾਂ ਵਿੱਚ ਆਰੀ ਸ਼ੁਰੂ ਹੈ। ਤੇ ਗੁਰੂ ਸਾਹਿਬ ਦੇ ਪਿਤਾ ਉਸ ਰਾਜਨੀਤੀ ਤੇ ਕੰਮ ਕਰਦੇ ਅੱਗੇ, ਤੇ ਹਰ ਬੰਦਾ ਘਰ ਵਿੱਚ ਰਾਜਨੀਤਿਕ ਹੁੰਦਾ ਸੀ। ਹੁਣ ਅੱਜ ਕੱਲ੍ਹ ਰਾਜਨੀਤਿਕ ਨਹੀਂ, ਅੱਜ ਕੱਲ੍ਹ ਮੋਦੀ ਭਗਤ ਜਾਂ ਅੰਨੇ ਭਗਤ ਹੁੰਦੇ, ਗੋਬਰ ਦੇ ਭਰੇ ਬਾਗ ਨੇ, ਬਿਲਕੁਲ ਕਿੱਥੇ ਹੈ। ਪਰ ਉਹਨਾਂ ਸਮਿਆਂ 'ਚ ਹਰ ਬੰਦਾ ਆਪਣੇ ਪਰਿਵਾਰ ਲਈ ਸਿੰਸੀਅਰ ਤੇ ਸਮਝਦਾਰ ਸੀ। ਮੈਂ ਪਰਿਵਾਰ ਨੂੰ ਕਿੱਥੇ ਰੱਖਣਾ ਹੈ, ਇਹ ਪਰਿਵਾਰ ਦਾ ਮੁਖੀਆ ਤੈਅ ਕਰਦਾ ਸੀ। ਰਾਏ ਬੁਲਾਰ ਸਾਹਿਬ ਨੇ ਜਦੋਂ ਇਹ ਬੇਨਤੀ ਕੀਤੀ ਤੇ ਪਿਤਾ ਨੂੰ ਇਹ ਗੱਲ ਹਜ਼ਮ ਨਾ ਹੋਈ। ਕਹਿੰਦੇ ਮੈਂ ਕੋਸ਼ਿਸ਼ ਕਰਾਂਗਾ ਮੇਰਾ ਪੁੱਤ ਜੇ ਇਹਨਾਂ ਗੱਲਾਂ ਦੇ ਵਿੱਚ ਵਿਸ਼ਵਾਸ ਬਣ ਜਾਏ, ਮੈਂ ਆਪਣੇ ਪੁੱਤ ਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰ ਵੀ ਪੁੱਤ ਗਲਤੀ ਨਾ ਕਰਿਆ। ਪਿਤਾ ਇਹ ਕਹਿੰਦੇ ਆ, ਪਰ ਰਾਏ ਬੁਲਾਰ ਸਾਹਿਬ ਕਹਿੰਦੇ ਕਦੇ ਵੀ ਗਲਤੀ ਨਹੀਂ ਕਰਦੇ, ਉਹ ਰੱਬੀ ਨੂਰ ਹਨ। ਤਾਤ ਜਾਨ ਦੁਰਬਚਨ ਨ ਭਾਖੋ, ਪਰਮੇਸ਼ਰ ਸਮ ਸ਼ਰਧਾ ਰੱਖੋ। ਵੇਖਿਓ ਕਲਿਆਣ ਚੰਦ ਜੀ, ਆਪਣੇ ਪੁੱਤ ਨੂੰ ਪੁੱਤ ਸਮਝ ਕੇ ਝਿੜਕਣਾ ਨਹੀਂ ਵੀ ਲੋਕੀ ਮੇਰਾ ਪੁੱਤ ਆ ਫਿਰ ਕੀ ਹੋਇਆ। ਕਹਿੰਦੇ ਨਾ, ਇਹ ਰੱਬ ਨੇ, ਇਹ ਖੁਦਾ ਨੇ, ਮੈਂ ਤੁਹਾਡੇ ਚਰਨ ਫੜਦਾ, ਮਿਹਨਤ ਤਰਲਾ ਕਰਦਾ। ਜਦੋਂ ਰਾਏ ਬੁਲਾਰ ਸਾਹਿਬ ਇੰਨੀ ਨਿਮਰਤਾ ਵਿੱਚ ਆ ਕੇ ਰੋ ਪਏ ਨਾ, ਤੇ ਪਿਤਾ ਜੀ ਨੂੰ ਤਸੱਲੀ ਦੇਣੀ ਪਈ। ਕਹਿੰਦੇ ਮੈਂ ਵਾਅਦਾ ਕਰਦਾ ਮੈਂ ਕਦੇ ਨਹੀਂ ਝਿੜਕਦਾ, ਸਤਿਨਾਮ ਮੈਂ ਨਹੀਂ ਕਹਿੰਦਾ। ਪਰ ਕਿਤੇ ਨਾ ਕਿਤੇ ਅੰਦਰੋਂ ਯਕੀਨ ਨਹੀਂ ਆਪਣੇ ਪੁੱਤਰ ਤੇ, ਅੰਦਰੋਂ ਭਰੋਸਾ ਕਰਦੇ ਨਹੀਂ। ਉਨ ਬਲਾਰ ਕਾਲੂ ਕੇ ਸਾਥਾ, ਕਹੀ ਸਰਪ ਕੀ ਸਭ ਬਿਦ ਗਾਥਾ। ਜਿਸ ਵੇਲੇ ਪਿਤਾ ਜੀ ਤੇ ਗੱਲਾਂ ਦਾ ਬਹੁਤਾ ਅਸਰ ਨਹੀਂ, ਉਹਨਾਂ ਦੀਆਂ ਗੱਲਾਂ ਬਾਤਾਂ ਦੱਸਦੀਆਂ ਨੇ, ਤੁਸੀਂ ਕਿਸੇ ਨੂੰ ਸਮਝਾ ਰਹੇ ਹੋ, ਤੁਹਾਡੀ ਗੱਲ ਦਾ ਕਿੰਨਾ ਕੁ ਗਹਿਰਾ ਅਸਰ ਹੋ ਰਿਹਾ ਹੈ, ਇਹ ਉਸ ਬੰਦੇ ਦੇ ਇੰਪ੍ਰੈਸ਼ਨ ਤੋਂ ਪਤਾ ਲੱਗ ਜਾਂਦਾ ਹੈ। ਹਾਂ ਭਾਵ ਤੋਂ, ਬੋਲ ਬਾਣੀ ਤੋਂ, ਉਹਦੀ ਹਾਂਜੀ ਹਾਂਜੀ ਤੋਂ ਪਤਾ ਲੱਗ ਜਾਂਦਾ ਵੀ ਇਹ ਸੁਣਦਾ ਵੀ ਹੈ ਜਾਂ ਟਾਈਮ ਪਾਸ ਹੀ ਕਰਦਾ ਕੋਲ ਬੈਠਾ, ਇਹਦੇ ਪ੍ਰਭਾਵ ਹੈ ਕਿ ਨਹੀਂ ਹੈ।
ਪਿਤਾ ਜੀ ਦੇ ਹਾਵ ਭਾਵ ਤੋਂ ਰਾਏ ਬੁਲਾਰ ਸਾਹਿਬ ਨੇ ਅੰਦਾਜ਼ਾ ਲਾਇਆ ਵੀ ਨਹੀਂ ਕੋਈ ਅਸਰ ਨਹੀਂ। ਇਹ ਸੁਣ ਕੇ ਹਾਂਜੀ ਹਾਂਜੀ ਜ਼ਰੂਰ ਕਰਦੇ ਆ, ਪਰ ਮੰਨਣਾ ਇਹਨਾਂ ਦੇ ਵੱਸ ਦਾ ਕੰਮ ਨਹੀਂ। ਫਿਰ ਉਹਨਾਂ ਨੇ ਕੋਸ਼ਿਸ਼ ਕੀਤੀ, ਮੈਂ ਪਿਛਲੇ ਹਫ਼ਤੇ ਹੋਈ ਘਟਨਾ ਸਾਂਝੀ ਕਰਦਾ, ਕਿਉਂਕਿ ਪਿਤਾ ਜੀ ਤੱਕ ਇਹ ਗੱਲ ਨਹੀਂ ਆਈ। ਕਹਿੰਦੇ ਅਸੀਂ ਸੁਲਤਾਨਪੁਰ ਲੋਧੀ ਤੋਂ ਪਗਡੰਡੀਆਂ ਰਾਹੀਂ, ਜੰਗਲਾਂ ਰਾਹੀਂ ਰਾਏ ਭੋਏ ਦੀ ਤਲਵੰਡੀ ਆ ਰਹੇ ਸੀ। ਰਸਤੇ ਦੇ ਵਿੱਚ ਤੁਹਾਡੇ ਪੁੱਤਰ ਜੰਗਲ ਦੇ ਵਿੱਚ ਕਿੱਕਰ ਦੀ ਛਾਵੇਂ ਪਏ ਨੇ, ਰੁੱਖ ਦੀ ਛਾਂ ਰਲ ਗਈ, ਚਿੱਟੇ ਰੰਗ ਦੇ ਨਾਗ ਨੇ ਕੌਡੀਆਂ ਵਾਲੇ ਨੇ, ਤੁਹਾਡੇ ਪੁੱਤਰ ਉੱਤੇ ਛਾਂ ਕੀਤੀ ਹੋਈ ਸੀ। ਕਈ ਘੜੀਆਂ ਤੱਕ ਸੱਪ ਨੇ ਛਾਇਆ ਕੀਤੀ ਹੈ। ਤਪ ਤਪ ਤੈ ਟੀਕੇ ਛਾਇਆ, ਹਮੈ ਹੀਰ ਨਿਜ ਦੇਹੀ ਦੁਹਰਾਇਆ। ਰਾਏ ਬੁਲਾਰ ਆਖਣ ਲੱਗੇ, ਕਹਿੰਦੇ ਕਲਿਆਣ ਚੰਦ ਜੀ ਇਹ ਗੱਲ ਕੋਈ ਸੁਣੀ ਸੁਣਾਈ ਨਹੀਂ, ਮੈਂ ਆਪਣੀ ਅੱਖੀ ਵੇਖ ਆਇਆ। ਉਸ ਚਿੱਟੇ ਸਫੇਦ ਸੱਪ ਨਾਗ ਨੇ ਤੁਹਾਡੇ ਪੁੱਤਰ ਤੇ ਛਾਂ ਕੀਤੀ। ਜਦ ਮੇਰੀਆਂ ਫੌਜਾਂ ਨੇੜੇ ਹੋਈਆਂ, ਖੁੱਡ ਵਿੱਚ ਜਾ ਵੜਿਆ। ਤੂੰ ਇਹ ਦੱਸ, ਜੇ ਤੇਰਾ ਪੁੱਤ ਅਵਤਾਰੀ ਨਾ ਹੁੰਦਾ ਤੇ ਜਿਉਂਦਾ ਹੁੰਦਾ ਅੱਜ? ਸੱਪ ਕਿਸੇ ਦਾ ਮਿੱਤ ਹੈ ਜਿਹੜਾ ਦੁੱਧ ਪਿਲਾਵੇ? ਆ ਜਿਹਨੇ ਜੋਗੀ ਲੋਕ ਤੁਰੇ ਫਿਰਦੇ ਸੱਪਾਂ ਦੇ ਭਾਵੇਂ ਦੰਦ ਕੱਢ ਕੇ ਜ਼ਹਿਰ ਕੱਢਿਆ ਹੁੰਦਾ ਹੈ, ਪਰ ਪਤਾ ਕਰਿਓ ਯੋਗੀ ਲੋਕ ਮਰਦੇ ਹੀ ਸੱਪਾਂ ਦੇ ਡੰਗ ਤੋਂ ਨੇ। ਜਿੰਨੇ ਉਹ ਸੱਪ ਪਾਲਦੇ ਆ, ਜਿੱਡੇ ਮਰਦੀ ਆ, ਪਿੱਛੇ ਕਿੰਨੇ ਲੋਕਾਂ ਦੀ ਮ੍ਰਿਤੂ ਹੋਈ ਏਦਾਂ ਦੀ। ਆਪਣੀ ਪੰਜਾਬ ਦੀ ਧਰਤੀ ਦਾ ਨੌਜਵਾਨ ਵੀ ਸੀ ਵਿਕਰਮ, ਜਿਹੜਾ ਸੱਪਾਂ ਨਾਲ ਖੇਡਣ ਦਾ ਸ਼ੌਂਕ ਰੱਖਦਾ ਸੀ ਤੇ ਫਿਰ ਗਿਆ ਕਿਹੜੇ ਹਾਲੇ। ਇੱਕ ਐਗਜ਼ਾਮਪਲ ਹੈ ਵੀ ਸੱਪ ਨੂੰ ਦੁੱਧ ਵੀ ਪਿਲਾਈਏ ਕਦੇ ਉਹ ਮਿੱਤ ਨਹੀਂ ਹੁੰਦਾ, ਕਿਉਂਕਿ ਆਪਣਾ ਸੁਭਾਅ ਨਹੀਂ ਛੱਡ ਸਕਦਾ। ਇਸੇ ਕਰਕੇ ਰਾਏ ਬੁਲਾਰ ਸਾਹਿਬ ਆਖਦੇ ਵੀ ਤੇਰੇ ਪੋਤੇ ਉੱਤੇ ਸੱਪ ਨੇ ਛਾਂ ਕੀਤੀ। ਉਹਨੇ ਵੀ ਤੇ ਕੁਝ ਜਾਣਿਆ ਹੋਣਾ ਨਾ, ਜੇ ਉਹਨੂੰ ਪਤਾ ਇਹ ਅਵਤਾਰ ਨੇ, ਰੱਬ ਨੇ, ਪਰਮੇਸ਼ਰ ਨੇ, ਇਸੇ ਕਰਕੇ ਉਹ ਰਜਾ ਦੇ ਵਿੱਚ ਸੀ। ਕਹਿੰਦੇ ਜਦੋਂ ਪਿਤਾ ਜੀ ਨੇ ਸੁਣਿਆ ਨਾ, ਉਹ ਹੱਸ ਪਏ। ਤੁਸੀਂ ਆਪ ਹੀ ਵੇਖ ਲਓ ਸ਼ਰਧਾ ਕਿੰਨੀ ਗਹਰੀ ਆਖੋ ਸਤਿਨਾਮ। ਇਹ ਉਹਨਾਂ ਦਾ ਕਸੂਰ ਨਹੀਂ ਹੈ। ਧੀ ਪੁੱਤ ਤੇ ਬਹੁਤਾ ਭਰੋਸਾ ਜਾ ਚਾਹ ਕੇ ਵੀ ਕੋਈ ਜਤਾ ਨਹੀਂ ਸਕਦਾ। ਬਾਹਰ ਦੇ ਆ ਕੇ ਤਾਰੀਫਾਂ ਕਰਨ ਵੀ ਤੁਹਾਡੀ ਤੇ ਕੁੜੀ, ਤੁਹਾਡਾ ਤੇ ਮੁੰਡਾ ਬਹੁਤ ਲਾਇਕ ਹੈ, ਬੜਾ ਸਿਆਣਾ, ਪੜ੍ਹਦਾ ਬੜਾ, ਮਾਂ ਬਾਪ ਅੰਦਰ ਅੰਦਰ ਹੱਸੀ ਜਾਂਦੇ, ਉੱਤੋਂ ਭਾਵੇਂ ਹਾਂ ਹਾਂ ਕਰੀ ਜਾਣ। ਪਤਾ ਹੀ ਹੁੰਦਾ ਹੈ ਵੀ 24 ਘੰਟੇ ਤੇ ਨੈਟਫਲਿਕਸ ਤੇ ਰਹਿੰਦਾ, ਪੜ੍ਹਦਾ ਕਦੋਂ ਹੈ? ਕਦੇ ਪੱਬਜੀ ਦੱਬੀ ਫਿਰਦਾ, ਕਦੇ ਕੁਛ ਕਰਦਾ, ਕਦੇ ਕੁਛ ਕਰਦੇ। ਤੇ ਮਾਂ ਬਾਪ ਨੂੰ ਪਤਾ ਵੀ ਧੀ ਪੁੱਤ ਪੜ੍ਹਦੇ ਕਿੰਨਾ, ਕੀ ਕਰਦੇ, ਪਰ ਲੋਕਾਂ ਸਾਹਮਣੇ ਕਹਿਣਾ ਪੈਂਦਾ, ਅੰਦਰ ਤੇ ਜਾਣਦਾ ਹੁੰਦਾ। ਹੁਣ ਜਦੋਂ ਪਿਤਾ ਜੀ ਦੇ ਕੋਲ ਰਾਏ ਸਾਹਿਬ ਨੇ ਤਾਰੀਫ ਕੀਤੀ ਨਾ ਵੀ ਤੁਹਾਡੇ ਪੁੱਤ ਤੇ ਸੱਪ ਨੇ ਛਾਂ ਕੀਤੀ, ਪਿਤਾ ਜੀ ਅੰਦਰੋਂ ਹੱਸ ਪਏ, ਮਾਨੀ ਮਨ ਵੀ ਰਾਏ ਸਾਹਿਬ ਕਿਹੜੀਆਂ ਗੱਲਾਂ 'ਚ ਤੁਰੇ ਫਿਰਦੇ, ਮੇਰਾ ਪੁੱਤ ਤੇ ਡੱਕਾ ਤੋੜ ਕੇ ਰਾਜੀ ਸੁੱਤਾ ਪਿਆ ਰਹਿੰਦਾ ਸਾਰਾ ਦਿਨ ਖੇਤਾਂ ਵਿੱਚ ਜਾ ਕੇ, ਮੱਝਾਂ ਚਾਰਨ ਭੇਜ ਦਿਓ, ਲੋਕਾਂ ਦੇ ਖੇਤ ਜਾੜ ਦਿੰਦਾ ਹੈ। ਪਿਤਾ ਜੀ ਅੰਦਰ 1% ਵੀ ਪੁੱਤਰ ਲਈ ਸ਼ਰਧਾ ਕੋਈ ਨਹੀਂ। ਹੁਣ ਕਰ ਕਾਲੂ ਕਹਿਤ ਭਲਾ ਜੋ, ਹੋਏ ਤਾਂ ਜਾਨੀ ਜਾਈ ਕਲਾ ਜੋ। ਜਿਸ ਵੇਲੇ ਪਿਤਾ ਜੀ ਨੂੰ ਬਾਰ-ਬਾਰ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਆ, ਦਬਾਉਂਦੇ ਆ ਵੀ ਜੇ ਤੁਸੀਂ ਸ਼ਰਧਾ ਰੱਖੋ, ਅੱਗੋਂ ਪਤਾ ਪਿਤਾ ਜੀ ਕੀ ਕਹਿੰਦੇ ਵੈਸੇ ਤੇ ਮੈਨੂੰ ਪਤਾ ਨਹੀਂ ਕਰਾਮਾਤਾਂ ਹੁੰਦੀਆਂ ਨੇ, ਚੱਲ ਜੇ ਹੋਈ ਵੀ ਹੋਊਗੀ ਫੇਰ ਕਿਹੜਾ ਵੱਡੀ ਗੱਲ ਹੈ। ਰਾਏ ਬੁਲਾਰ ਸਾਹਿਬ ਬੜੇ ਹੈਰਾਨ ਵੀ ਪਟਵਾਰੀ ਸਾਹਿਬ ਸ਼ਰਧਾ ਹੀ ਨਹੀਂ ਰੱਖਦੇ, ਬਿਲਕੁਲ ਵੀ ਨਹੀਂ। ਚਲੋ ਮਾਸਾ ਮਾੜਾ ਮੋਟਾ ਹੋਵੇ ਵੀ ਮੇਰਾ ਪੁੱਤ ਗੁਣਕਾਰੀ ਹੈ, ਚੰਗੇ ਗੁਣ ਨੇ, ਲੋਕ ਤਾਰੀਫਾਂ ਕਰਦੇ ਨੇ, ਨਹੀਂ ਬਿਲਕੁਲ ਵੀ ਨਹੀਂ, ਕਿਉਂਕਿ ਪਿਤਾ ਜੀ ਨੂੰ ਲਾਂਭੇ ਚੇਤੇ ਨੇ, ਯਾਦ ਨੇ, ਘਰ ਚੋਂ ਸੁੱਟੇ ਹੋਏ ਗਹਿਣੇ, ਸੁੱਟੇ ਹੋਏ ਭਾਂਡੇ ਅੱਜ ਵੀ ਚੇਤੇ ਆਉਂਦੇ ਨੇ। ਅਸ ਕਹਿ ਗਇਓ ਅਸ਼ਬਦਾ ਧਾਰੀ, ਮਾਇਆ ਮੋਹ ਪਰਬਲ ਜਿਹੇ ਭਾਰੀ। ਪਿਤਾ ਜੀ ਇੰਨੀ ਗੱਲ ਕਹਿ ਕੇ ਕਹਿੰਦੇ ਖਾਨ ਸਾਹਿਬ ਛੱਡੋ ਗੱਲ, ਮੈਂ ਤੁਹਾਡੀ ਪਹਿਲੀ ਗੱਲ ਮੰਨ ਲੈਂਦਾ ਵੀ ਮੈਂ ਕੋਸ਼ਿਸ਼ ਕਰਿਆ ਕਰੂੰ ਆਪਣੇ ਪੁੱਤ ਨੂੰ ਕਦੀ ਨਹੀਂ ਝਿੜਕਦਾ। ਕੋਸ਼ਿਸ਼ ਸ਼ਬਦ ਵਰਤ ਕੇ ਆਏ ਆ, ਉਹ ਛੋਟੀ ਵੀ ਦੇ ਕੇ ਆਏ ਉੱਥੇ ਵੀ ਮੈਂ ਕੁਛ ਨਹੀਂ ਕਹਿੰਦਾ, ਕਹਿੰਦੇ ਕੋਸ਼ਿਸ਼ ਕਰੂੰਗਾ। ਉੱਠ ਕੇ ਆ ਗਏ ਤੇ ਰਾਏ ਬੁਲਾਰ ਸਾਹਿਬ ਬੜੇ ਹੈਰਾਨ ਹੋਏ ਕਿ ਰੱਬ ਦੇ ਪਿਤਾ ਤੇ ਐਡੀ ਵੱਡੀ ਮਾਇਆ, ਮਾਇਆ ਕੀ ਸਤਿਗੁਰ ਦੀ ਪਾਈ ਹੋਈ ਹੈ ਵੀ ਇੰਨੀ ਵੱਡੀ ਅਸ਼ਰਧਾ, ਸ਼ਰਧਾ ਨਾਮ ਦੀ ਚੀਜ਼ ਹੀ ਕੋਈ ਨਹੀਂ। ਮੈਂ ਬਾਰ-ਬਾਰ ਕਹੀ ਜਾਂਦਾ ਤੁਹਾਡੇ ਪੁੱਤਰ ਪਰਮੇਸ਼ਰ ਨੇ, ਰੱਬ ਰੂਪ ਨੇ, ਅਵਤਾਰੀ ਨੇ, ਪਿਤਾ ਤੇ ਆਪਣੇ ਪੁੱਤ ਨੂੰ ਇੱਕ ਚੰਗਾ ਇਨਸਾਨ ਨਹੀਂ ਮੰਨਦਾ ਤੇ ਮੈਂ ਕਹਿੰਦਾ ਇਹ ਅਵਤਾਰੀ ਪੁਰਸ਼ ਹੈ। ਰਾਏ ਸਾਹਿਬ ਬੜੇ ਹੈਰਾਨ ਹੋਏ, ਕਹਿੰਦੇ ਇਸ ਵਿਅਕਤੀ ਨੂੰ ਕਿਵੇਂ ਸਮਝਾਇਆ ਜਾਵੇ, ਕਿਉਂਕਿ ਜੇ ਇਹ ਆਪਣੀ ਆਈ ਤੇ ਰਹਿਣਗੇ ਇਹਨਾਂ ਨੇ ਗੁਰੂ ਸਾਹਿਬ ਨੂੰ ਤੰਗ ਕਰਨਾ, ਝੜਕਣਗੇ ਵੀ, ਬੋਲਣਗੇ ਵੀ, ਕੰਮਕਾਰ ਵੀ ਕਰਾਉਣਗੇ, ਮੈਂ ਕਿਵੇਂ ਆਪਣੇ ਸੱਜਣ ਪਿਆਰੇ ਨੂੰ ਬਚਾਵਾਂ। ਦੇਖੋ ਨੀਅਤ ਕਿਹੜੀ ਹੈ ਰਾਏ ਸਾਹਿਬ ਦੀ, ਕਿਉਂ ਬੇਨਤੀਆਂ ਕਰਦੇ ਨੇ, ਕਿਉਂਕਿ ਆਪਣੇ ਪ੍ਰੀਤਮ ਦੇ ਨਾਲ ਪ੍ਰੀਤ ਇੰਨੀ ਗਾੜੀ ਤੇ ਡਾਢੀ ਹੈ
उस प्रीतम का, उस प्यारे का मुखड़ा दुखी नहीं वेखिया जा सकता। ਉਹਨਾਂ ਦੇ ਨੇਤਰਾਂ ਵਿੱਚ ਅਥਰੂ ਨਹੀਂ ਵੇਖੇ ਜਾ ਸਕਦੇ, ਕਿਉਂਕਿ ਉਹ ਵੀ ਦਿਨ ਸੀ ਜਦੋਂ ਸਭਾ ਦੇ ਵਿੱਚ ਗੁਰੂ ਸਾਹਿਬ ਖੜੇ ਸੀ ਤੇ ਪਿਤਾ ਜੀ ਨੂੰ ਝਿੜਕਿਆ ਤੇ ਸਤਿਗੁਰ ਉਸ ਵੇਲੇ ਖਾਮੋਸ਼ ਹੋ ਗਏ ਸੀ, ਨੇਤਰਾਂ 'ਚ ਅਥਰੂ ਆ ਗਏ ਸੀ। ਉਸ ਚੀਜ਼ ਦਾ ਪਛਤਾਵਾ ਬਹੁਤ ਵੱਡਾ ਸੀ ਖਾਨ ਸਾਹਿਬ। ਹੁਣ ਜਦੋਂ ਇਹ ਗੱਲ ਕਹਿਤੀ, ਬਾਅਦ ਵਿੱਚ ਉੱਠ ਕੇ ਸਭਾ 'ਚ ਆਏ, ਕਹਿੰਦੇ ਜੋ ਮਰਜੀ ਹੋ ਜੇ, ਕਲਿਆਣ ਚੰਦ ਜੀ ਅੰਦਰ ਕਦੇ ਸ਼ਰਧਾ ਨਹੀਂ ਆ ਸਕਦੀ। ਆਖੋ ਸਤਿਨਾਮ। ਜਿਵੇਂ ਚੰਦਰਮਾ ਗਰਮ ਨਹੀਂ ਹੋ ਸਕਦਾ ਤੇ ਸੂਰਜ ਠੰਡਾ ਨਹੀਂ ਹੋ ਸਕਦਾ। ਰਾਏ ਸਾਹਿਬ ਕਹਿੰਦੇ ਆ, ਕਹਿੰਦੇ ਪਟਵਾਰੀ ਸਾਹਿਬ ਕਦੇ ਸ਼ਰਧਾ ਰੱਖ ਨਹੀਂ ਸਕਦੇ। ਜੋ ਸੋ ਕਰੇ ਜਿਉ ਪ੍ਰੇਰਨਿਅੰਤਾ, ਜਿਉ ਜੰਤੀ ਵਸ ਵਾਜਹਿ ਜਨਤਾ। ਤੇ ਖਾਨ ਸਾਹਿਬ ਨੇ ਆਪਣੇ ਸਾਥੀਆਂ ਅੱਗੇ ਇੱਕ ਗੱਲ ਆਖੀ, ਕਹਿੰਦੇ ਇਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਹੈ? ਜਿਵੇਂ ਉਹ ਸਤਿਗੁਰ ਪਿਆਰਾ ਚਲਾਉਂਦਾ ਉਵੇਂ ਚੱਲਦੇ ਨੇ। ਹੁਣ ਵਾਜਾ ਹੈ, ਹਾਰਮੋਨੀਅਮ ਹੈ, ਕੈਸ਼ੀਓ ਹੈ, ਤੂੰ ਵੀ ਆ, ਕੋਈ ਵੀ ਸਾਥ, ਉਹ ਆਪਣੇ ਆਪ ਤੇ ਵੱਜਦਾ ਨਹੀਂ। ਮਰਜ ਬਾਣੀ 'ਚ ਲਿਖਦੇ ਆ, ਨਾਨਕ ਜੰਤੀ ਜੰਤ ਵਜਾਇਆ। ਕਹਿੰਦੇ ਜਦ ਕੋਈ ਵਜੰਤਰੀ ਕਿਸੇ ਤਾਰ ਨੂੰ ਛੇੜਦਾ ਹੈ, ਬਾਜੇ ਨੂੰ ਵਜਾਉਂਦਾ ਹੈ, ਉਹ ਸੁਰਾਂ ਕੱਢਦਾ ਹੈ। ਇਸੇ ਤਰ੍ਹਾਂ ਦੁਨੀਆ ਦਾ ਹਰ ਵਿਅਕਤੀ ਜਿਵੇਂ ਰੱਬ ਚਲਾਉਂਦਾ ਉਹ ਉਵੇਂ ਹੀ ਚੱਲਦਾ। ਆਖੋ ਸਤਿਨਾਮ। ਬੰਦਾ ਆਪਣੇ ਵੱਸ ਕੁਛ ਨਹੀਂ ਕਰਦਾ। ਜੇ ਆਪਣਾ ਵੱਸ ਚੱਲਦਾ ਹੋਵੇ ਤੇ ਮੈਂ ਕਹਿੰਦਾ ਮੇਰੇ ਵਰਗਾ ਤੇ ਚੰਗਾ ਹੀ ਕੋਈ ਨਾ ਹੋਵੇ। ਮੈਂ ਤੇ ਮਿੱਠੇ ਬੋਲ ਬੋਲਾਂ ਲੋਕਾਂ ਨੂੰ, ਮੈਂ ਤੇ ਸਿਫਤਾਂ ਹੀ ਕਰਾਵਾਂ ਆਪਣੀਆਂ, ਨਹੀਂ, ਵੱਸ ਦਾ ਕੰਮ ਨਹੀਂ। ਚਾਹ ਕੇ ਵੀ ਕੋਸ਼ਿਸ਼ ਕਰਦੇ ਆ, ਘਰ ਦੇ ਵੀ ਗਾਲਾਂ ਕੱਢਦੇ, ਬਾਹਰ ਦੇ ਵੀ ਕੱਢੀ ਜਾਂਦੇ। ਹਰ ਬੰਦੇ ਦੀ ਹਾਲਤ ਇਹੀ ਆ ਨਾ, ਕੋਸ਼ਿਸ਼ ਕਰਦਾ ਬੰਦਾ ਚੰਗਾ ਬਣਨ ਦੀ, ਪਰ ਉਹਦੀ ਚੰਗਿਆਈ ਵੀ ਕਈ ਵਾਰ ਬੁਰਾਈ ਸਿੱਧ ਹੁੰਦੀ ਹੈ। ਤੇ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਦੀ ਸ਼ਰਧਾ ਦੀ ਗੱਲ ਰਾਏ ਸਾਹਿਬ ਕਰਦੇ ਆ, ਕਹਿੰਦੇ ਇਹਨਾਂ ਦਾ ਕਸੂਰ ਨਹੀਂ। ਮੈਨੂੰ ਲੱਗਦਾ ਮੇਰੇ ਸਤਿਗੁਰ ਪਿਆਰੇ ਨੇ ਆਪਣੇ ਪਿਤਾ ਤੇ ਮਾਇਆ ਦਾ ਜਾਲ ਪਾਇਆ ਹੋਇਆ। ਆਖੋ ਸਤਿਨਾਮ। ਉਹ ਨਹੀਂ ਚਾਹੁੰਦੇ ਮੇਰੇ ਪਿਤਾ ਸਮਝਣ, ਸਾਨੂੰ ਪਛਾਣ ਲੈਣ। ਤਾਰ ਨਾਰ ਕੋ ਕਿਆ ਗੁਣ ਦੋਸ਼ੋ, ਇਹ ਪਰ ਕਿਆ ਪ੍ਰਸਾਦ ਕਿਆ ਰੋਸੋ। ਇਸ ਸਭਾ ਦੇ ਵਿੱਚ ਗੱਲ ਹੋਈ, ਸਾਰੇ ਆਖਣ ਲੱਗੇ, ਕਹਿੰਦੇ ਜੀ ਨਰ ਤੇ ਮਨੁੱਖ, ਮਰਦ ਦਾ ਕੀ ਕਸੂਰ ਹੈ? ਬੜਾ ਕੁਝ ਐਸਾ ਹੁੰਦਾ ਜੋ ਪਰਾ ਲਬਦ ਦੇ ਅਨੁਸਾਰ ਹੁੰਦਾ ਹੈ। ਬੜੇ ਕਰਮ ਐਸੇ ਨੇ ਜੋ ਮਨੁੱਖ ਆਪ ਕਰ ਸਕਦਾ, ਜਿਨ੍ਹਾਂ ਕਰਮਾਂ ਕਰਕੇ ਆਜ਼ਾਦ ਹੈ, ਪਰ ਬੜੇ ਕਰਮ ਐਸੇ ਨੇ ਕਰਮ ਬੰਦੇ ਨੂੰ ਭੱਜਣ ਨਹੀਂ ਦਿੰਦੇ। ਜਿੱਥੇ ਮਰਜ਼ੀ ਭੱਜ ਲਿਓ ਉੱਥੇ ਸੁੱਟ ਲੈਂਦੇ। ਜੇ ਘਾਟਾ ਜ਼ਿੰਦਗੀ ਵਿੱਚ ਲਿਖਿਆ ਤੇ ਅਮਰੀਕਾ ਜਾ ਕੇ ਵੀ ਪੈ ਜਾਂਦੇ। ਜੇ ਜ਼ਿੰਦਗੀ ਵਿੱਚ ਦੁੱਖ ਨੇ ਤੇ ਕੈਨੇਡਾ ਦੀ ਸਿਟੀਜ਼ਨ ਲੈ ਕੇ ਵੀ ਰੋਂਦੇ ਵੇਖੇ ਲੋਕ ਉੱਥੇ। ਤੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਆਨੰਦ ਆ ਨਾ, ਬਿਨਾਂ ਘਰਾਂ ਤੋਂ ਵੀ ਸੜਕਾਂ ਤੇ ਹੱਸਦੇ ਵੇਖੇ ਨੇ। ਆਖੋ ਸਤਿਨਾਮ। ਜਿਹਦੇ ਜੀਵਨ ਵਿੱਚ ਸੁੱਖ ਆ ਨਾ, ਉਹ ਦੁੱਖਾਂ ਦੇ ਵਿੱਚ ਵੀ ਖੁਸ਼ ਰਹਿੰਦੇ। ਰਾਏ ਬੁਲਾਰ ਸਾਹਿਬ ਦੀ ਸਭਾ ਦੇ ਵਿੱਚ ਵਿਚਾਰ ਹੋਈ, ਕਹਿੰਦੇ ਗੁਰੂ ਸਾਹਿਬ ਦੇ ਪਿਤਾ ਦਾ ਵੀ ਕਸੂਰ ਨਹੀਂ ਕੋਈ, ਜਿਵੇਂ ਪ੍ਰਮਾਤਮਾ ਰੱਬ ਉਹਨਾਂ ਨੂੰ ਚਲਾ ਰਹੇ ਨੇ ਉਸੇ ਤਰ੍ਹਾਂ ਦੀ ਗੱਲ ਕਰਦੇ। ਉਹਨਾਂ ਨੂੰ ਉੱਥੇ ਰੱਖਿਆ ਤੇ ਸੱਚਮੁੱਚ ਗੁਰੂ ਸਾਹਿਬ ਨੇ ਰੱਖਿਆ ਵੀ ਉੱਥੇ ਹੋਇਆ ਸੀ। ਵੀ ਜੇ ਸਾਡੇ ਪਿਤਾ ਨੇ ਸਾਡੇ ਤੇ ਸ਼ਰਧਾ ਰੱਖ ਲਈ, ਫਿਰ ਦੁਨੀਆ ਦਾ ਭਲਾ ਥੋੜੀ ਹੋਊਗਾ, ਫਿਰ ਤੇ ਲਾਈਨਾਂ ਲੱਗ ਜਾਣਗੀਆਂ ਮੱਥਾ ਟੇਕਣ ਵਾਲਿਆਂ ਦੀਆਂ। ਜਦ ਪਿਤਾ ਮੇਰੇ ਮੈਨੂੰ ਮਾੜਾ ਕਹਿਣਗੇ ਤੇ ਜ਼ਮਾਨਾ ਸਮਝੇਗਾ ਵੀ ਉਹ ਬੁਰੇ ਨਹੀਂ। ਇਹ ਕਿਉਂ ਕਹਿੰਦੇ ਨੇ? ਇਹ ਕਿਉਂ ਕਹਿੰਦੇ? ਜਦ ਕਿਸੇ ਦੀਆਂ ਬੁਰਾਈਆਂ ਦਾ ਸ਼ੋਰ ਬਹੁਤਾ ਉੱਠੇ ਨਾ, ਅਕਸਰ ਉਹ ਬੰਦੇ ਬੁਰੇ ਨਹੀਂ ਹੁੰਦੇ। ਕਿਤੇ ਨਾ ਕਿਤੇ ਉਹਨਾਂ ਦੇ ਗੁਣ ਹੀ ਜ਼ਮਾਨੇ ਨੂੰ ਬੁਰੇ ਲੱਗਦੇ ਆ। ਗੁਰੂ ਨਾਨਕ ਸਾਹਿਬ ਨੂੰ ਕੀ ਨਹੀਂ ਆਖਦੇ ਸੀ ਲੋਕ? ਕਹਿੰਦੇ ਝੱਲਾ, ਕਮਲਾ, ਬੇਸਮਝ ਹੈ, ਗਵਾਰ ਹੈ, ਇਹੋ ਜਿਹੇ ਸ਼ਬਦ ਵਰਤਦੀ ਸੀ ਦੁਨੀਆ। ਸਾਨੂੰ ਕੋਈ ਬੇਵਕੂਫ ਆਖਦੇ ਨਾ, ਮਰਨ ਹੋ ਜਾਂਦਾ ਵੀ ਕਹਿ ਕਿਵੇਂ ਗਿਆ, ਮੈਂ ਤੇ ਸਿਆਣੀ ਬੜਾ ਸੀ। ਗਵਾਰ ਕਿਹਨੂੰ ਕਹਿੰਦੇ? ਮੂਰਖ, ਜਿਹਨੂੰ ਸਮਝ ਕੋਈ। ਏਦਾਂ ਦੇ ਸ਼ਬਦ ਲੋਕਾਂ ਨੇ ਗੁਰੂ ਨਾਨਕ ਸਾਹਿਬ ਨੂੰ ਵਰਤੇ ਜਦੋਂ ਮੱਝਾਂ ਚਾਰਨ ਜਾਂਦੇ ਸੀ। ਮਰਨ ਨੇ ਕਿਹਾ ਕਿਸੇ ਨੂੰ ਮਾੜਾ ਚੰਗਾ ਨਹੀਂ। ਉਹ ਕਹਿੰਦੇ ਕੋਈ ਨਹੀਂ, ਮੇਰਾ ਵਾਹਿਗੁਰੂ ਪਰਮਾਤਮਾ ਜੋ ਕਿਸੇ ਤੋਂ ਕਹਾਉਂਦਾ ਹੈ, ਜ਼ਮਾਨਾ ਉਹੀ ਆਖਦਾ ਏ। ਸ੍ਰੀ ਨਾਨਕ ਅਨੁਸਾਰੀ ਮਾਇਆ, ਜਸ ਇੱਛਾ ਕਰਹੀ ਤਸ ਛਾਇਆ। ਗੁਰੂ ਸਾਹਿਬ ਦੀ ਮਾਇਆ ਦੇ ਅਨੁਸਾਰ ਪਿਤਾ ਜੀ ਚੱਲਦੇ ਸੀ। ਸਤਿਗੁਰ ਸੱਚੇ ਪਾਤਸ਼ਾਹ ਉਸੇ ਤਰ੍ਹਾਂ ਗਾਵਾਂ ਮੱਝਾਂ ਚਾਰਦੇ ਨੇ। ਜਾਣ ਗਏ ਨੇ ਰਾਏ ਬੁਲਾਰ ਸਾਹਿਬ ਨੇ ਸਾਡੇ ਪਿਤਾ ਨੂੰ ਕੀ ਕਿਹਾ, ਪਰ ਗੁਰੂ ਸਾਹਿਬ ਵੀ ਜਾਣ ਬੁੱਝ ਕੇ ਥੋੜੇ ਜਿਹੇ ਸਿੱਧਰੇ ਬਣ ਲੱਗ ਪਏ ਵੀ ਕਿਤੇ ਖਾਨ ਸਾਹਿਬ ਦੀਆਂ ਗੱਲਾਂ ਦਾ ਅਸਰ ਬਾਪੂ ਜੀ ਤੇ ਨਾ ਹੋ ਜੇ। ਆਖੋ ਸਤਿਨਾਮ। ਜੇ ਸਿਆਣੀਆਂ ਗੱਲਾਂ ਕਰਾਂਗੇ, ਕਿਤੇ ਨਾ ਕਿਤੇ ਮਨ ਚਾਹੁੰਦਾ ਵੀ ਉਹ ਸਿਆਣਾ ਕਹਿੰਦੇ ਸੀ ਯਾਰ ਹੋਏ ਗਈ। ਉਹ ਕਹਿੰਦੇ ਰੱਬ ਆਏ ਅਵਤਾਰੀ ਪੁਰਸ਼ ਕਿਤੇ ਹੋਵੇ ਹੀ ਨਾ। ਤੇ ਮਰਦ ਸੱਚੇ ਪਾਤਸ਼ਾਹ ਪਹਿਲਾਂ ਵਾਂਗੂ ਚੁੱਪ ਚੁੱਪ ਰਹਿਣ ਲੱਗ ਗਏ ਜੀ। ਲੋਕੀ ਫੇਰ ਲਾ ਕੇ ਗੱਲਾਂ ਕਰਨ।
ਕਹਿੰਦੇ ਇਹਨੂੰ ਵੀ ਦੌਰੇ ਪੈਂਦੇ ਰਹਿੰਦੇ ਨੇ, ਕਦੇ ਚੰਗੀਆਂ ਗੱਲਾਂ ਕਰਦਾ, ਕਦੇ ਝੱਲ ਬਲਾਲੀਆਂ ਕਰਦਾ, ਪਰ ਗੁਰੂ ਸਾਹਿਬ ਚੁੱਪ ਚੁੱਪ ਰਹਿੰਦੇ ਆ। ਕਦੇ ਕਦਾਈ ਬਿਨਾਂ ਗੱਲ ਤੋਂ ਉੱਚੀ ਉੱਚੀ ਹੱਸਦੇ ਹਨ। ਹਰਮ ਆਏ ਓ ਹਰਖ ਸਮੀਤੋ, ਕਰਹਿ ਹਿਤ ਬੀਜੀ ਕੁਲ ਕੀਤੋ। ਕਹਿੰਦੇ ਹੁਣ ਪਿਤਾ ਜੀ ਤੇ ਗੱਲਾਂ ਦਾ ਅਸਰ ਜ਼ਰੂਰ ਹੋਇਆ, ਪਰ ਹੋਰ ਤਰੀਕੇ ਨਾਲ ਹੋ ਗਿਆ। ਉਹ ਤੇ ਸ਼ਰਧਾ ਨਾਲ ਕਹਿੰਦੇ ਸੀ ਭਰੋਸਾ ਰੱਖੋ, ਪਰ ਪਿਤਾ ਜੀ ਦਾ ਪੁੱਤਰ ਨਾਲ ਮੋਹ ਵੱਧ ਗਿਆ। ਹੁਣ ਮੋਹ ਦੁਖਦਾਈ ਹੈ, ਮੋਹ ਪਰੇਸ਼ਾਨ ਕਰਦਾ ਹੈ। ਪਿਆਰ ਕਰੋ ਜੰਮ ਜੰਮ ਕੇ ਧੀਆਂ ਪੁੱਤਾਂ ਲੋਕਾਂ ਨੂੰ, ਪਰ ਮੋਹ ਨਾ ਕਰੋ। ਮੋਹ ਪਰੇਸ਼ਾਨ ਕਰਦਾ, ਦੁਖੀ ਕਰਦਾ ਹੈ। ਪਿਤਾ ਆਪਣੇ ਪੁੱਤ ਕੋਲ ਬਹਿ ਕੇ ਫੇਰ ਸਿਫਤਾਂ ਕਰਿਆ ਕਰੇ, ਕਹਿੰਦੇ ਮੇਰਾ ਪੁੱਤ ਬੜਾ ਹੋਣਹਾਰ ਹੈ, ਅੰਦਰੋਂ ਅੰਦਰ ਕਿਤੇ ਖਤਰਾ ਵੀ ਰਹਿੰਦਾ ਹੈ ਵੀ ਹੋਣਹਾਰ ਸਵੇਰੇ ਲਾਂਭਾ ਹੀ ਨਾ ਲੈ ਆਵੇ ਕੋਈ, ਇਹ ਵੀ ਡਰ ਰਹਿੰਦਾ ਅੰਦਰ। ਪਰ ਰੋਜ਼ ਰਾਏ ਸਾਹਿਬ ਦੀਆਂ ਗੱਲਾਂ ਨੂੰ ਫੋਲੋ ਕਰਦੇ ਆ ਵੀ ਉਹ ਕਹਿੰਦੇ ਸੀ ਝੜਕਣਾ ਨਹੀਂ, ਕੁਛ ਨਹੀਂ ਕਹਿਣਾ, ਉਹ ਕੋਸ਼ਿਸ਼ ਕਰਦੇ ਨੇ। ਕਛ ਪਰ ਸੰਤ ਸਰੋਬੀ ਚਾਹੀ, ਨ੍ਰਿਪ ਬੁਲਾਰ ਨਤ ਬੋਹਰ ਉਚਾਰੀ। ਰਾਏ ਬੁਲਾਰ ਸਾਹਿਬ ਨੇ ਇੱਥੋਂ ਤੱਕ ਕਹਿ ਦਿੱਤਾ, ਨਾਨਕ ਜੀ ਨੂੰ ਕਦੇ ਕੱਲਿਆਂ ਮੱਝਾਂ ਚਾਰਨ ਨਹੀਂ ਭੇਜਣਾ, ਨੌਕਰਾਂ ਨੂੰ ਨਾਲ ਭੇਜਿਆ ਕਰੋ, ਉਹਨਾਂ ਦੀ ਤਨਖਾਹ ਵੀ ਅਸੀਂ ਖਰਚਾ ਚੁੱਕ ਲਾਂਗੇ। ਹੁਣ ਪਿਤਾ ਜੀ ਤੇ ਹੁਕਮ ਹੈ, ਕਹਿੰਦੇ ਪੁੱਤਰ ਕੱਲੇ ਨਹੀਂ ਜਾਣਾ ਅੱਜ ਤੋਂ ਬਾਅਦ, ਜਿੰਨਾ ਜਾਇਆ ਹੀ ਉਹਨਾਂ ਬੜਾ। ਨਾਲ ਨੌਕਰਾਂ ਨੂੰ, ਸਾਥੀਆਂ ਨੂੰ, ਸੀਰੀਆਂ ਨੂੰ, ਸਾਂਝੀਆਂ ਨੂੰ ਭੇਜ ਦਿੰਦੇ ਆ, ਪਰ ਗੁਰੂ ਸਾਹਿਬ ਨੇ ਕਦੇ ਨਹੀਂ ਕਿਹਾ ਮੈਂ ਕਿਸੇ ਦੇ ਨਾਲ ਨਹੀਂ ਜਾਣਾ। ਇਹ ਵੀ ਕਦੇ ਨਹੀਂ ਕਿਹਾ ਅਸੀਂ ਇਕੱਲੇ ਜਾਣਾ ਏ। ਜਾਂ ਤੇ ਕਰਤ ਦੁਲਾਰ ਵਿਸਾਲਾ, ਸੀਤਲ ਲੋਚਨ ਦੇਖ ਕਿਰਪਾਲਾ। ਕਹਿੰਦੇ ਆਪਣੇ ਪੁੱਤਰ ਨੂੰ ਪਿਤਾ ਜੀ ਰੋਜ਼ ਦੇਖਦੇ ਆ, ਕੋਲ ਬਿਠਾਉਂਦੇ ਆ, ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਆ, ਕੋਸ਼ਿਸ਼ ਕਰਦੇ ਆ ਜੇ ਇਹਨੂੰ ਕਿਤੇ ਕਮਾਉਣ ਦੀ ਸਮਝ ਆ ਜੇ, ਧਿਆਨ ਅਜੇ ਵੀ ਉਧਰ ਹੀ ਹੈ ਵੀ ਜੇ ਮੇਰਾ ਪੁੱਤ ਪੜ੍ਹਨ ਹੀ ਲੱਗ ਜੇ, ਫਿਰ ਦੁਬਾਰਾ ਕਿਤੇ ਕੰਮ ਧੰਦਾ ਹੀ ਕਰਨਾ ਜੇ, ਕਾਹਨੂੰ ਇਹਨਾਂ ਚੱਕਰਾਂ 'ਚ ਪੈਣਾ ਵੀ ਵੱਗ ਚਾਰੇ, ਮੱਝਾਂ ਚਾਰੇ, ਪਸ਼ੂ ਡੰਗਰ ਚਾਰਦਾ, ਫਿਰ ਵੀ ਚੰਗਾ ਨਹੀਂ ਲੱਗਦਾ। ਕੋਲ ਬਹਿ ਕੇ ਫੇਰ ਪਿਤਾ ਜੀ ਸਿਆਣੀਆਂ ਜਿਹੀਆਂ ਗੱਲਾਂ ਕਰਦੇ, ਕਦੇ ਪੁੱਤਰ ਪੜ੍ਹਾਈ ਬਹੁਤ ਕੰਮ ਆਉਂਦੀ ਹੈ, ਵਿਦਿਆ ਪੜ੍ਹਨ ਵਾਲੇ ਇਨਸਾਨ ਦੀ ਹਰ ਥਾਂ ਤੇ ਇੱਜ਼ਤ ਹੁੰਦੀ ਹੈ। ਤਾਂ ਦਿਨ ਤੇ ਤਲਵੰਡੀ ਪੁਰ ਮੈਂ, ਮਹਿਮਾ ਕਰਤ ਭਈ ਘਰ ਘਰ ਮੈਂ। ਪਰ ਰਾਏ ਬੁਲਾਰ ਸਾਹਿਬ ਦੀਆਂ ਗੱਲਾਂ ਦਾ ਅਸਰ ਕਹਿੰਦੇ ਰਾਏ ਭੋਏ ਦੀ ਤਲਵੰਡੀ ਵਿੱਚ ਇੰਨਾ ਹੋਇਆ, ਘਰ ਘਰ ਬੱਚਾ ਬੱਚਾ ਗੁਰੂ ਨਾਨਕ ਸਾਹਿਬ ਦੀ ਸਿਫਤ ਕਰਨ ਲੱਗ ਪਿਆ। ਬੜੀ ਸੋਚਣ ਵਾਲੀ ਗੱਲ ਹੈ, ਸਿਚੁਏਸ਼ਨ ਕਿਹੋ ਜਿਹੀ ਹੈ। ਕਦੇ ਆਹੀ ਲੋਕ ਸਿਫਤਾਂ ਕਰਦੇ ਨੇ, ਇਹੀ ਗੱਲ ਨਹੀਂ ਹੁੰਦੇ, ਫੇਰ ਉਹੀ ਲੋਕ ਬਦਲ ਜਾਂਦੇ ਨੇ, ਕਹਿੰਦੇ ਨਾਨਕ ਵਰਗਾ ਕੋਈ ਨਹੀਂ, ਨਾਨਕ ਰੱਬ ਨੇ। ਤੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਰਾਏ ਬੁਲਾਰ ਸਾਹਿਬ ਸਾਡੀਆਂ ਤਾਰੀਫਾਂ ਕਰਦੇ ਨੇ, ਮਹਾਰਾਜ ਨੇ ਥੋੜਾ ਜਿਹਾ ਮੁੱਖ ਫੇਰ ਲਿਆ। ਕਈ ਵਾਰ ਰਾਏ ਬੁਲਾਰ ਸਾਹਿਬ ਸਦਾ ਦਿੰਦੇ ਆ ਤੇ ਗੁਰੂ ਸਾਹਿਬ ਨਹੀਂ ਜਾਂਦੇ, ਕਿਉਂਕਿ ਮਹਾਰਾਜ ਜਾਣਦੇ ਆ ਵੀ ਹੈ ਤੇ ਕਿਰਪਾ ਬੜੀ ਆ, ਪਰ ਉਹ ਲੋਕਾਂ ਵਿੱਚ ਦੱਸ ਰਹੇ ਨੇ ਕਿ ਪਿਆਰ ਆ ਉਹਨਾਂ ਦਾ, ਹੁੱਬ ਕੇ ਦੱਸਦੇ ਆ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਏਦਾਂ ਨੇ, ਉਹ ਅਵਤਾਰੀ ਪੁਰਸ਼ ਨੇ, ਉਹ ਕਰਾਮਾਤੀ ਨੇ, ਪਰ ਮਹਾਰਾਜ ਨੂੰ ਆਪਣੀ ਸਿਫਤ, ਆਪਣੀ ਮਹਿਮਾ ਕਦੇ ਵੀ ਚੰਗੀ ਲੱਗੀ ਨਹੀਂ। ਕਹੈ ਪਰਸ ਪਰ ਮਿਲ ਨਰ ਨਾਰੀ, ਸਰਪ ਛਾਉ ਨਿਰਪਨੈਣ ਨਿਹਾਰੀ। ਤੇ ਗੁਰੂ ਸਾਹਿਬ ਦਾ ਉਹ ਕਿੱਸਾ ਉਸ ਵੇਲੇ ਦਾ ਜਗਤ ਪ੍ਰਸਿੱਧ ਹੋ ਗਿਆ ਵੀ ਸੱਪ ਨੇ ਛਾਂ ਕੀਤੀ ਆ, ਰਾਏ ਸਾਹਿਬ ਨੇ ਆਪ ਵੇਖਿਆ ਬੁਲਾਰ ਸਾਹਿਬ ਨੇ, ਤੇ ਮਹਾਰਾਜ ਉਸ ਗੱਲ ਤੇ ਪਰਦਾ ਪਾਉਣਾ ਚਾਹੁੰਦੇ ਆ। ਦੇਖੋ ਆਹ ਫਰਕ ਹੁੰਦਾ ਹੈ ਭਗਤਾਂ ਦਾ ਤੇ ਸੰਸਾਰੀ ਲੋਕਾਂ ਦਾ। ਸੰਸਾਰੀ ਬੰਦਾ ਜੋ ਨਹੀਂ ਵੀ ਹੋਇਆ ਹੁੱਬ ਕੇ ਰੌਲਾ ਪਾਓ ਮੇਰੀ ਫਲਾਣੀ ਨਾ ਬਣਦੀ ਹੈ, ਮੇਰੇ ਕੋਲ ਇੰਨੇ ਕਰੋੜ ਹੈ, ਮੇਰੀ ਉੱਥੇ ਤੱਕ ਪਹੁੰਚ ਹੈ, ਇਹ ਸੰਸਾਰੀ ਲੋਕ ਨੇ ਨਾ ਹੋਈਆਂ ਗੱਲਾਂ ਦੀ ਫੁਕਰਪੰਤੀ ਬਣਾਈ ਫਿਰਨੀ। ਤੇ ਭਗਤੀ ਵਾਲੇ ਵੱਡੇ ਵੱਡੇ ਲਿੰਕ ਵੀ ਹੋਣਗੇ, ਵੱਡੇ ਲੋਕਾਂ ਨਾਲ ਉੱਠਣਾ ਵੀ ਹੋਊਗਾ, ਜੇ ਕੋਈ ਗੱਲ ਕਰੇ ਕਹਿੰਦੇ ਸਾਨੂੰ ਕੌਣ ਜਾਣਦਾ ਹੈ, ਇੰਨੀ ਨਿਮਰਤਾ ਹੈ। ਤੇ ਗੁਰੂ ਸਾਹਿਬ ਦੀ ਜਦੋਂ ਸਿਫਤ ਹੋਣ ਲੱਗ ਪਈ ਵੀ ਸੱਪ ਨੇ ਛਾਂ ਕੀਤੀ, ਲੋਕ ਮੱਥੇ ਟੇਕਣ ਲੱਗੇ। ਹੁਣ ਰਾਜੇ ਦੀ ਕਹੀ ਹੋਈ ਗੱਲ ਬੜੀ ਦੂਰ ਤੱਕ ਜਾਂਦੀ ਹੈ। ਬਹੁ ਆਦਰ ਕਰ ਕੰਠ ਲਗਾਇਓ, ਸਦਨ ਆਨ ਜਸ ਬਦਨ ਅਲਾਇਓ। ਇਹਦੇ ਪਿਤਾ ਜੀ ਰੋਜ਼ ਆਪਣੇ ਪੁੱਤਰ ਕੋਲ ਬਹਿੰਦੇ ਆ, ਪੁੱਛਦੇ ਆ ਪੁੱਤ ਤੇਰੀ ਤੇ ਬੜੀ ਸਿਫਤ ਹੋ ਰਹੀ ਹੈ, ਪਰ ਗੁਰੂ ਸਾਹਿਬ ਉਹ ਸਿਫਤ ਦੀ ਗੱਲ ਕਦੇ ਵੀ ਆਪਣੀ ਰਸਨਾ ਤੋਂ ਨਹੀਂ ਸੁਣਾਉਂਦੇ ਵੀ ਹਾਂ ਬਾਪੂ ਜੀ ਅੱਜ ਫਲਾਣਾ ਵੀ ਮਿਲਿਆ, ਉਹ ਵੀ ਹੱਥ ਜੋੜੀ ਕਰਦਾ ਸੀ, ਉਹਨੇ ਵੀ ਸਿਫਤ ਕੀਤੀ। ਕਹਿੰਦੇ ਕਦੇ ਐਸਾ ਵਿਸ਼ਾ ਸ਼ੁਰੂ ਹੀ ਨਹੀਂ ਕੀਤਾ। ਇਹੀ ਗੱਲ ਬਾਪੂ ਜੀ ਨੂੰ ਸਮਝ ਨਹੀਂ ਆਉਂਦੀ ਵੀ ਜੇ ਮੈਂ ਆਪਣੇ ਪੁੱਤ ਕੋਲ ਪਿਆਰ ਦੀ ਗੱਲ ਵੀ ਕਰਦਾ ਤਾਂ ਵੀ ਨਹੀਂ ਬੋਲਦਾ ਮੇਰਾ,
ਉਹਨੇ ਕਦੇ ਆਪਣੀ ਸਿਫਤ ਆਪਣੀ ਤਾਰੀਫ ਮੇਰੇ ਕੋਲ ਬਹਿ ਕੇ ਕੀਤੀ ਨਹੀਂ। ਕਲਾਵਾਨ ਕਾਲੂ ਸੁਤ ਕੋਏ ਪ੍ਰਗਟ ਨਾ ਹੋਤ ਆਪਨ ਪੋ ਗੋਏ। ਥੋੜੀ ਦੇਰ ਬਾਅਦ ਜਦੋਂ 10 ਦਿਨਾਂ ਦਾ ਸਮਾਂ ਲੰਘਿਆ, ਲੋਕਾਂ ਨੇ ਖੂਬ ਤਾਰੀਫਾਂ ਕੀਤੀਆਂ। ਵੇਖੋ ਕੋਈ ਵੀ ਘਟਨਾ ਹੋਵੇ ਉਹਦਾ ਚਰਚਾ, ਉਹਦੀ ਰੌਲਾ ਥੋੜੇ ਦਿਨਾਂ ਦਾ ਬਰਬਾਦ ਹੋ ਗਿਆ। ਮੁੜ ਕੇ ਦੁਨੀਆ ਭੁੱਲ ਭੱਲ ਜਾਂਦੀ ਆ, ਭਾਵੇਂ ਕੋਈ ਚੰਗਾ ਕੰਮ ਹੈ ਭਾਵੇਂ ਕੋਈ ਮਾੜਾ ਕੰਮ ਹੈ। ਕੁਝ ਦਿਨਾਂ ਦਾ ਪ੍ਰਭਾਵ ਲੋਕਾਂ ਦੇ ਦਿਲ ਤੇ ਰਹਿੰਦਾ ਹੈ। ਕਿੱਡੇ ਕਿੱਡੇ ਹਾਦਸੇ ਦੁਨੀਆ ਦੇ ਹੋ ਜਾਂਦੇ ਆ ਤੇ ਲੋਕੀ ਸੋਚ ਕੇ ਕੰਬਦੇ ਆ ਵੀ ਇਹ ਕਿਉਂ ਹੋਇਆ। ਲੋਕਾਂ ਦੀਆਂ ਗੱਡੀਆਂ ਦੇ ਐਕਸੀਡੈਂਟ ਹੋ ਜਾਂਦੇ। ਜਦੋਂ ਕਿਸੇ ਦਾ ਹੋ ਜਾਏ ਤੇ ਬੰਦਾ ਨਾ 6 ਮਹੀਨੇ ਗੱਡੀ ਪੂਰੀ ਡਰ ਕੇ ਚਲਾਉਂਦਾ ਹੈ। ਜਦੋਂ ਦਾ ਖੌਫ ਖਤਮ ਹੋ ਗਿਆ ਫਿਰ ਦੱਬੀ ਫਿਰਦਾ 140 ਦੀ ਉਮਰ ਹੈ। ਮਰਨਾ ਜੰਮਣਾ ਰੱਬ ਹੱਥ ਹੈ, ਹਟਦਾ ਨਹੀਂ ਨਾ, ਭੁੱਲ ਜਾਂਦਾ ਹੈ, ਪ੍ਰਭਾਵ ਹਟ ਜਾਂਦਾ ਹੈ। ਕਹਿੰਦੇ ਗੁਰੂ ਸਾਹਿਬ ਦੀ ਮਹਿਮਾ ਕਰਦੇ ਕਰਦੇ ਲੋਕ ਚੁੱਪ ਹੋ ਗਏ। ਕਹਿੰਦੇ ਜੀ ਕਰਾਮਾਤੀ ਹੈ, ਕਲਾਵਾਨ ਹੈ, ਮਰਦ ਸੱਚੇ ਪਾਤਸ਼ਾਹ ਸੀਰੀਆਂ ਨਾਲ ਜਾਂਦੇ ਆ, ਪਾਧੀਆਂ ਨਾਲ ਜਾਂਦੇ ਆ। ਹੁਣ ਘਾਹ ਵਾਲੀ ਉਹ ਥਾਂ ਛੱਡ ਦਿੱਤੀ ਆ, ਹੁਣ ਜੰਗਲ 'ਚ ਜਾਣ ਲੱਗ ਪਏ। ਜੰਗਲ ਵਿੱਚ ਜਾ ਕੇ ਮਰਦ ਇਕੱਲੇ ਬੈਠੇ ਰਹਿੰਦੇ, ਕਿਤੇ ਧੂਣਾ ਤਾਪ ਲੈਂਦੇ ਆ, ਕਿਤੇ ਕੁਛ ਕਿਤੇ ਕੁਛ। ਕਹਿੰਦੇ ਸਿਫਤਾਂ ਦਬਣੀਆਂ ਸ਼ੁਰੂ ਹੋ ਗਈਆਂ। ਸਮਾਜ ਕੀ ਵੇਖਦਾ ਹੈ? ਲੋਕ ਤੁਹਾਨੂੰ ਫੋਲੋ ਕਰਦੇ ਹਰ ਵੇਲੇ। ਅੱਜ ਤੁਸੀਂ ਕੀ ਕੀਤਾ, ਕੱਲ ਤੁਸੀਂ ਕੀ ਕਰੋਗੇ। 5 ਸਾਲ ਪਹਿਲਾਂ ਤੁਸੀਂ ਕੀ ਬੋਲਿਆ ਸੀ, ਅੱਜ ਕੀ ਬੋਲਦੇ ਹੋ। ਹੁਣ ਕਿਹੋ ਜਿਹੇ ਹੋ? ਕੋਈ ਸ਼ਰਾਬੀ ਬੰਦਾ ਸ਼ਰਾਬ ਛੱਡ ਕੇ ਗੁਰੂ ਵਾਲਾ ਬਣ ਜੇ ਨਾ ਤਾਂ ਵੀ ਲੋਕੀ ਹਟਦੇ ਨਹੀਂ। ਗੱਲਾਂ ਗੱਲਾਂ 'ਚ ਕਹਿਣਗੇ ਲੈ ਸਾਰੇ ਜਹਾਨ ਦੀ ਦਾਰੂ ਪੀ ਕੇ ਦੇਖ ਹੁਣ ਗੁਰੂ ਵਾਲਾ ਬਣ ਗਿਆ। ਯਾਰ ਕਮਾਲ ਹੋ ਗਈ, ਯਕੀਨ ਹੀ ਨਹੀਂ ਆਉਂਦਾ। ਕਰਦੇ ਆ ਨਾ ਲੋਕੀ, ਟੈਗ ਨਹੀਂ ਲਾਉਂਦੇ। ਹੁਣ ਉਹਨਾਂ ਸਮਿਆਂ ਦੇ ਵਿੱਚ ਕਲਾਵਾਨ ਦੀ ਗੱਲ ਚੱਲਦੀ ਹੈ। ਗੁਰੂ ਸਾਹਿਬ ਨੂੰ ਕੋਈ ਫੇਰ ਸਿਧਰਾ ਕਹਿਣ ਲੱਗ ਗਿਆ, ਚੰਗਾ ਮਾੜਾ। ਕਹਿੰਦੇ ਸਭ ਬਾਪੂ ਦੀ ਖੇਡ ਹੈ ਇਹਨਾਂ ਦੇ ਦੀ। ਰਾਏ ਬਲਾਰ ਸਾਹਿਬ ਨਾਲ ਬਣਦੀ ਹੈ ਤੇ ਰਾਏ ਸਾਹਿਬ ਐਵੇਂ ਭਰੋਸਾ ਕਰੀ ਕਰਦੇ ਆ। ਕਹਿੰਦੇ ਕੀ ਹੈ ਇਹਦੇ ਕੋਲ? ਜੇ ਇਹਦੇ ਕੋਲ ਕੋਈ ਕਲਾ ਹੋਵੇ, ਕੋਈ ਸ਼ਕਤੀ ਹੋਵੇ, ਕੋਈ ਗੁਣ ਹੋਵੇ ਤੇ ਦੁਨੀਆ ਤੋਂ ਮੱਥੇ ਨਾ ਲਗਾਵੇ, ਜ਼ਮਾਨਾ ਇਹਦੀ ਸਿਫਤ ਨਾ ਕਰੇ। ਕਹਿੰਦੇ ਘਰੇ ਤੈਨੂੰ ਕੋਈ ਪੁੱਛਦਾ ਨਹੀਂ। ਇਹੋ ਜਿਹੀਆਂ ਗੱਲਾਂ ਵੀ ਲੋਕ ਕਰਦੇ ਆ ਵਿੱਚ ਵਿਚਾਲੇ, ਪਰ ਮਰਦ ਸੁਣ ਕੇ ਹੱਸ ਪੈਂਦੇ ਆ, ਚੰਗਾ ਲੱਗਦਾ ਉਹਨਾਂ ਨੂੰ। ਤੇ ਜਦੋਂ ਕੋਈ ਆਪਣੀ ਬੁਰਾਈ ਸੁਣ ਕੇ ਹੱਸਦਾ ਤੇ ਲੋਕ ਉਸ ਬੰਦੇ ਤੋਂ ਪਰੇਸ਼ਾਨ ਹੋ ਜਾਂਦੇ ਵੀ ਇਹਨੂੰ ਗਾਲਾਂ ਵੀ ਕੱਢੋ, ਇਹਨੂੰ ਫਰਕ ਕਿਉਂ ਨਹੀਂ ਪੈਂਦਾ, ਇਹਨੂੰ ਮਾੜਾ ਕਹੋ, ਇਹ ਰੋਂਦਾ ਕਿਉਂ ਨਹੀਂ, ਹੱਸਦਾ ਕਿਉਂ ਹੈ। ਤੇ ਗੁਰੂ ਸਾਹਿਬ ਦਾ ਇਹ ਸਭ ਤੋਂ ਵੱਡਾ ਵਡੱਪਣ ਸੀ। ਰਾਏ ਬਲਾਰ ਸਾਹਿਬ ਕਦੇ ਕਦਾਈ ਮਿਲਦੇ ਆ, ਮਰਜ ਮੱਥਾ ਟੇਕ ਦਿੰਦੇ ਆ। ਉਹ ਕਹਿੰਦੇ ਮਰਜ ਮੱਥਾ ਨਾ ਟੇਕਿਆ ਕਰੋ। ਗੁਰੂ ਸਾਹਿਬ ਤਾਂ ਟੇਕਦੇ ਵੀ ਕਿਤੇ ਸਾਡੇ ਤੇ ਬਹੁਤੀ ਸ਼ਰਧਾ ਨਾ ਰੱਖਣ। ਇਹਨਾਂ ਦੀ ਸ਼ਰਧਾ ਪ੍ਰਚਾਰ ਕਰ ਰਹੀ ਹੈ, ਇਹਨਾਂ ਦੀ ਭਾਵਨਾ ਲੋਕਾਂ ਦੇ ਵਿੱਚ ਸਾਡੇ ਬਾਰੇ ਰੌਲਾ ਪਾਉਂਦੀ ਹੈ। ਅਸ ਬਿਦ ਬੀਤੀ ਰੁੱਤ ਬਸੰਤਾ ਚਾਰਤ ਸੁਰਪੀ ਸ੍ਰੀ ਜਗ ਕੰਤਾ। ਕਹਿੰਦੇ ਇਸੇ ਤਰੀਕੇ ਨਾਲ ਬਸੰਤ ਰੁੱਤ ਬਤੀਤ ਹੋ ਗਈ। ਗੁਰੂ ਸਾਹਿਬ ਰੋਜ਼ ਗਾਵਾਂ ਮੱਝਾਂ ਚਾਰਦੇ ਆ। ਇਹ ਗੱਲਾਂ ਫਿੱਕੀਆਂ ਰਹਿੰਦੀਆਂ। ਜੋ ਰਾਏ ਬਲਾਰ ਸਾਹਿਬ ਸ਼ਰਧਾ ਰੱਖਦੇ ਸੀ, ਰੌਲਾ ਸੀ ਲੋਕਾਂ ਦੇ ਵਿੱਚ। ਨਵਾਬ ਸਾਹਿਬ ਦੀ ਸ਼ਰਧਾ ਤੇ ਬਹੁਤ ਹੈ ਪਰ ਇਟਰਨਲ ਹੋਣ ਲੱਗ ਪਈ। ਹੁਣ ਬਾਹਰੋਂ ਹਟ ਗਏ ਨੇ, ਦਿਖਾਵਾ ਨਹੀਂ ਕਰਦੇ, ਰੌਲਾ ਨਹੀਂ ਪਾਉਂਦੇ, ਅੰਦਰੋਂ ਅੰਦਰ ਚਾਹਤ ਰੱਖਦੇ ਨੇ ਗੁਰੂ ਸਾਹਿਬ ਮਿਲ ਜਾਣਗੇ ਤੇ ਦੀਦਾਰ ਹੋ ਜਾਣ। ਕਦੇ ਕਦੇ ਇਕੱਲੇ ਘੋੜੇ ਤੇ ਸਵਾਰ ਹੋ ਕੇ ਜੰਗਲ ਵਾਲੇ ਪਾਸੇ ਆ ਜਾਂਦੇ ਆ, ਸਤਿਗੁਰਾਂ ਨੂੰ ਆ ਕੇ ਮੱਥਾ ਟੇਕ ਜਾਂਦੇ ਨੇ। ਉਨ ਗਰੀਖਮ ਰਿਤ ਕੀਨੋ ਜੋਰਾ ਤਪ ਤਪਈ ਅਤਸ਼ੈ ਚੋਂ ਓਰਾ। ਹੁਣ ਜਦੋਂ ਬਸੰਤ ਦੀ ਰੁੱਤ ਲੰਘੀ ਹੈ, ਕਵੀ ਆਖਦੇ ਕਹਿੰਦੇ ਗਰਮੀ ਦੀ ਰੁੱਤ ਪੂਰੇ ਜੋਰਾਂ ਤੇ ਜੋਬਨ ਤੇ ਆ ਗਈ। ਸੁਭਾਵਿਕ ਗੱਲ ਹੈ, ਜਦੋਂ ਗਰਮੀ ਆਏਗੀ ਲੋਕ ਛੁਪ ਕੇ ਰਹਿੰਦੇ ਨੇ, ਚੁੱਪ ਕਰਕੇ ਰਹਿੰਦੇ ਨੇ, ਬਹੁਤਾ ਬਾਹਰ ਨਹੀਂ ਫਿਰਦੇ। ਉਹਨਾਂ ਸਮਿਆਂ 'ਚ ਲੋਕ ਰੁੱਖਾਂ ਦੇ ਥੱਲੇ ਜ਼ਿਆਦਾ ਰਹਿੰਦੇ ਸੀ, ਠੰਡੀਆਂ ਹਵਾਵਾਂ ਚੱਲਦੀਆਂ ਨੇ, ਲੂ ਪੈਂਦੀ ਸੀ, ਕਹਿਰ ਵਗਦਾ ਹੈ, ਬਾਹਰ ਕੋਈ ਨਹੀਂ ਜਾਂਦਾ। ਕਹਿੰਦੇ ਬਾਕੀ ਜਿਹੜੇ ਮੱਝਾਂ ਗਾਵਾਂ ਚਾਰਨ ਵਾਲੇ ਸੀ ਉਹਨਾਂ ਨੇ ਵੀ ਆਪਣੇ ਪਸ਼ੂਆਂ ਦੇ ਸਮੇਂ ਬਦਲ ਲਏ। ਟਾਈਮ ਟੂ ਟਾਈਮ ਕੁਝ ਸਮਾਂ ਜਾਂਦੇ, ਕੋਈ ਸਵੇਰੇ ਕੋਈ ਸ਼ਾਮ ਨੂੰ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸ਼ਡਿਊਲ ਉਹੀ ਹੈ, ਸਵੇਰੇ ਸਵੇਰੇ ਨਿਕਲ ਜਾਣਾ ਹੈ, ਸ਼ਾਮ ਨੂੰ ਘਰੇ ਆਉਂਦੇ ਨੇ। ਤਪ ਹੈ ਹਿਰਦਾ ਜਿਵ ਮਤ ਸਰ ਧਾਰੀ ਤਿਉ ਤਪ ਗਈ ਭੂਮਿਕਾ ਸਾਰੀ। ਇੱਥੇ ਕਵੀ ਜੀ ਬੜਾ ਸੋਹਣਾ ਪ੍ਰਮਾਣ ਦੇ ਰਹੇ ਨੇ ਈਰਖਾਵਾਦੀ ਲੋਕਾਂ ਦਾ ਤੇ ਨਾਲ ਗਰਮੀ ਦੇ ਮੌਸਮ ਦਾ। ਕਹਿੰਦੇ ਜਿਵੇਂ ਈਰਖਾਲੂ ਬੰਦੇ ਦਾ ਕਾਲਜਾ ਸੜ ਜਾਂਦਾ ਨਾ, ਕਿਸੇ ਦੀ ਖੁਸ਼ੀ ਵੇਖ ਅੰਦਰ ਬਰਦਾਸ਼ਤ ਹੀ ਨਾ ਹੁੰਦੀ। ਕਹਿੰਦੇ ਅੱਤ ਦੀ ਗਰਮੀ ਵਿੱਚ ਧਰਤੀ ਤੇ ਪੈਰ ਨਹੀਂ ਰੱਖਿਆ ਜਾਂਦਾ, ਇੰਨੀ ਤਪਸ਼ ਪੈਂਦੀ ਹੈ। ਬਹਿਤ ਜੋਰ ਸੋ ਤਪ ਤਮ ਸਮੀਰਾ
ਜੋ ਤਾਪੈ ਹੈ ਨਰ ਨਾਰ ਸਰੀਰਾ। ਹੁਣ ਜਿਹੜੀ ਗਰਮੀ ਲੋਕਾਂ ਦੇ ਸਰੀਰਾਂ ਨੂੰ ਤਪਾਉਂਦੀ ਹੈ, ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਨੂੰ ਉਹ ਗਰਮੀ ਛੂਹਦੀ ਵੀ ਨਹੀਂ, ਕਿਉਂਕਿ ਰੱਬ ਦੀ ਬੰਦਗੀ ਦੇ ਵਿੱਚ ਨੇ। ਪਰਮੇਸ਼ਰ ਦਾ ਨਾਮ ਚੰਦਰਮਾ ਤੇ ਚੰਦਨ ਦੇ ਨਾਲੋਂ ਵੀ ਸੀਤਲ ਹੈ। ਬਾਣੀ ਵਿੱਚ ਬੜੇ ਪ੍ਰਮਾਣ ਹੈ, ਨੈ ਸੀਤਲ ਚੰਦਰ ਦੇਵ ਹੈ। ਮਹਾਰਾਜ ਕਹਿੰਦੇ ਉਹ ਐਡੇ ਠੰਡੇ ਨਹੀਂ ਜਿੰਨਾ ਨਾਮ ਦੀ ਠੰਡ ਹੈ। ਨਾਮ ਜਪਣ ਵਾਲੇ ਨੂੰ ਮੰਦਾ ਚੰਗਾ ਕਹਿਣ ਨੂੰ ਫਰਕ ਪੈਂਦਾ? ਕੋਈ ਫਰਕ ਨਹੀਂ, ਕਿਉਂਕਿ ਇਕਾਗਰ ਹੈ, ਅੰਦਰ ਸੀਤਲ ਹੈ, ਅੰਦਰ ਠੰਡਾ ਠਾਰ ਹੈ। ਗੁਰੂ ਸਾਹਿਬ ਉਸ ਗਰਮੀ ਦੇ ਵਿੱਚ ਬਹਿ ਕੇ ਵੀ ਰੱਬ ਨੂੰ ਚਿਤਾਰਦੇ ਨੇ। ਸਗੋਂ ਚੰਗਾ ਹੋ ਗਿਆ, ਹੁਣ ਤੇ ਇਕੱਲੇ ਬਹਿੰਦੇ ਨੇ, ਛੇਤੀ ਨੇੜੇ ਕੋਈ ਆਉਂਦਾ ਨਹੀਂ। ਜਿਉਂ ਖਲ ਉਚਰ ਹੈ ਬਚਨ ਘੋਟਾਲੇ, ਜਿੱਦਾਂ ਤਪਾਏ ਦੇਤ ਰਿਸ ਨਾਲੇ। ਕਹਿੰਦੇ ਪਿਤਾ ਜੀ ਨੂੰ ਹੁਣ ਗੁੱਸਾ ਆ ਜਾਂਦਾ ਹੈ ਕਈ ਵਾਰ ਲੋਕਾਂ ਦੀਆਂ ਗੱਲਾਂ ਸੁਣ ਕੇ। ਲੋਕ ਪਤਾ ਕੀ ਕਹਿੰਦੇ ਆ? ਕਹਿੰਦੇ ਯਾਰ ਇਹਨੂੰ ਵੇਖੋ ਟਿਕਾ ਨਹੀਂ ਹੈ, ਨਾ ਇਹ ਬੱਚਾ ਠੰਡ 'ਚ ਘਰੇ ਬੈਠੇ ਨਾ ਬੈਠੇ ਗਰਮੀ 'ਚ। ਅੱਤ ਦੀ ਲੂ ਪੈਂਦੀ ਹੈ, ਬਿਮਾਰ ਹੋਣ ਦਾ ਖਤਰਾ ਹੈ, ਪਰ ਨਾਨਕ ਸਾਰਾ ਦਿਨ ਜੰਗਲਾਂ ਵਿੱਚ ਜੰਗਲ ਗਾਉਂਦਾ ਫਿਰੀ ਜਾਂਦਾ। ਲੋਕਾਂ ਦੀਆਂ ਗੱਲਾਂ ਦੇਖੀਏ। ਤੁਸੀਂ ਬਹੁਤਾ ਘਰੇ ਰਹਿਣ ਲੱਗ ਜਾਓ, ਲੋਕੀ ਕਹਿੰਦੇ ਲੈ ਖੁੱਡੇ ਹੀ ਬੜਿਆ ਰਹਿੰਦਾ, ਨਿਕਲਦਾ ਹੀ। ਮਾੜਾ ਮੋਟਾ ਘੁੰਮਣ ਲੱਗ ਜਾਓ, ਕਹਿੰਦੇ ਲੈ ਤੇ ਕੋਈ ਟਾਈਮ ਹੀ ਨਹੀਂ, ਤੇ ਚੌਂਕੀਆਂ 'ਚ ਬਾਰੇ ਘੁੰਮਦਾ ਰਹਿੰਦਾ, ਡਾਕ ਚੌਂਕੀਆਂ ਕਦੇ ਇੱਧਰ ਕਦੇ ਉੱਧਰ। ਕੋਈ ਟਿਕਾ ਥੋੜੀ ਹੈ। ਚੁੱਪ ਰਹਿਣ ਲੱਗ ਜਾਓ, ਲੋਕੀ ਕਹਿੰਦੇ ਆਕੜ ਬੜੀ ਹੈ। ਬੋਲਣ ਲੱਗ ਜਾਓ, ਲੋਕ ਕਹਿੰਦੇ ਝੱਲਾ ਬੜਾ ਹੈ। ਵਿੱਚ ਵਿਚਾਲੇ ਸਿਆਣੀ ਗੱਲ ਕਰੋ, ਕਹਿੰਦੇ ਸਿਆਣਾ ਹੀ ਬੜਾ ਬਣਦਾ। ਇਸ ਦੁਨੀਆ ਨੂੰ ਏਦਾਂ ਨਜਿੱਠਣਾ ਨਹੀਂ ਚਾਹੀਦਾ, ਕਿਉਂਕਿ ਜ਼ਮਾਨਾ ਕਰਦਾ ਏਦਾਂ ਹੈ। ਜ਼ਮਾਨੇ ਦੀਆਂ ਸੁਣੋਗੇ ਦੁਖੀ ਹੋਵੋਗੇ। ਗੁਰੂ ਸਾਹਿਬ ਨੂੰ ਲੋਕ ਕਹਿਣ ਲੱਗੇ ਈਰਖਾਲੇ, ਕਹਿੰਦੇ ਇਹਨੂੰ ਟਿਕਾ ਨਹੀਂ ਆਉਂਦਾ। ਜਿੰਨੀ ਮਰਜ਼ੀ ਗਰਮੀ ਹੋਵੇ, ਇਹ ਤੋਂ ਘਰ ਟਿਕ ਕੇ ਬੈਠਿਆ ਜਾਂਦਾ ਨਹੀਂ। ਮਾਰ ਕੰਡ ਕੀ ਚੰਡ ਮਰੀਚਾ, ਦੁਖੀ ਜੀਵ ਲਗ ਤਾਲਣ ਵਿਚਾ। ਪਰ ਗੁਰੂ ਸਾਹਿਬ ਦੁਨੀਆ ਦੇ ਦੁੱਖਾਂ ਨੂੰ ਜਾਣਦੇ ਆ। ਮਰਦ ਤਰਸ ਕਰਦੇ ਵੀ, ਇੱਕ ਤੇ ਅੱਤ ਦੀ ਗਰਮੀ 'ਚ ਵਿਚਾਰੇ ਤਪਦੇ ਆ, ਦੂਜਾ ਕਾਲਜੇ ਤਪੀ ਜਾਂਦੇ ਇਹਨਾਂ ਨੂੰ। ਸਾਡੀ ਮਹਿਮਾ ਸੁਣ ਸੁਣ ਕੇ, ਛੱਡ ਛੱਡ ਕੇ। ਈਰਖਾ ਕਰਨ ਵਾਲਾ ਬੰਦਾ ਉਹ ਆਪਣੇ ਕਿਸੇ ਪਿਆਰੇ ਮਿੱਤਰ ਦੀ ਸਿਫਤ ਵੀ ਨਹੀਂ ਸੁਣ ਸਕਦਾ, ਭਾਵੇਂ ਮਿੱਤਰ ਕਿੱਡਾ ਵੀ ਪਿਆਰ ਹੈ, ਕਿੱਡਾ ਵੀ ਗਰੀਬੀ ਹੈ। ਈਰਖਾਵਾਨ ਸੁਣ ਕੇ ਸੜ ਜਾਏਗਾ, ਚਿਹਰੇ ਦਾ ਰੰਗ ਉੱਡ ਜਾਏਗਾ। ਹੁਣ ਗੁਰੂ ਸਾਹਿਬ ਦੇ ਜਿਹੜੇ ਮਿੱਤਰ ਸੀ ਨਾ ਕਿਤੇ ਜਿਹੜੇ ਦੂਰ ਪਾਰ ਦੇ, ਉਹ ਮਰਦ ਦੀ ਮਹਿਮਾ ਸੁਣ ਕੇ ਸੜ ਬਣ ਜਾਂਦੇ ਹਨ। ਜਿਹੜੇ ਨਾਲ ਜਾਂਦੇ ਸੀ, ਆ ਜਿਹੜੀ ਮੱਝਾਂ ਚਾਰਨ ਜਾਂਦੇ ਆ, ਗਾਵਾਂ ਚਾਰਨ ਜਾਂਦੇ ਆ, ਉਹ ਕਹਿੰਦੇ ਭਾਈ ਧੰਨਾ ਜਿਹੜਾ ਧੁੱਪੇ ਬੈਠਾ ਰਹਿੰਦਾ, ਸਾਤੋਂ ਦਾ ਨਹੀਂ ਖਾਇਆ ਜਾਂਦਾ। ਕਹਿੰਦੇ ਇਹੋ ਜਿਹੇ ਸਮੇਂ 'ਚ ਤੇ ਗਾਵਾਂ ਮੱਝਾਂ ਦਾ ਦੁੱਧ ਵੀ ਸੁੱਕਣ ਲੱਗ ਜਾਂਦਾ ਹੈ, ਉਹ ਵੀ ਘਟਣ ਲੱਗ ਜਾਂਦਾ ਹੈ। ਘਾਹ ਫੂਸ ਕਿਤੇ ਦਿਸਦਾ ਨਹੀਂ, ਬੱਚਾ ਨੂੰ ਕੀ ਜਾਣ ਕੇ ਲਿਆਉਂਦਾ ਨਾ। ਤਰ੍ਹਾਂ ਤਰ੍ਹਾਂ ਦੀਆਂ ਲੋਕ ਗੱਲਾਂ ਕਰਦੇ ਨੇ। ਜਿਉਂ ਜਗ ਭਗਤ ਹੀਨ ਹੈ ਪ੍ਰਾਨੀ, ਜਨਮ ਮਰਨ ਮਹਿ ਨਿਤ ਦੁਖ ਖਾਨੀ। ਗੁਰੂ ਸਾਹਿਬ ਨੂੰ ਇਸ ਚੀਜ਼ ਦਾ ਫਾਇਦਾ ਬੜਾ ਹੋਇਆ। ਹੁਣ ਗਰਮੀ ਦਾ ਸਮਾਂ, ਬੜੇ ਸਾਧੂ ਯੋਗੀ ਜਦੋਂ ਇਸ ਰਾਹ ਤੋਂ ਲੰਘਦੇ ਆ, ਗੁਰੂ ਸਾਹਿਬ ਨੂੰ ਵੇਖ ਕੇ ਬਹਿ ਜਾਂਦੇ ਆ। ਆਉਂਦੇ ਆ ਵੀ ਇਹ ਬੱਚਾ ਬੈਠਾ, ਇਹਨੂੰ ਚੇਲਾ ਹੀ ਬਣਾ ਲਈਏ। ਅੱਗੇ ਯੋਗੀਆਂ ਨੂੰ ਬੜਾ ਹੁੰਦਾ ਸੀ, ਕਿਤੇ ਕੋਈ ਇੱਕ ਅੱਧਾ ਪੁੱਤਰ ਕਿਸ ਦਾ ਵੇਖਣਾ, ਖੇਤਾਂ 'ਚ ਕੋਲੇ ਆ ਕੇ ਬਹਿ ਕੇ ਉਹਨੂੰ ਉਪਦੇਸ਼ ਦੇਣ ਲੱਗ ਜਾਣਾ ਵੀ ਜੇ ਸਾਡੇ ਨਾਲ ਹੀ ਜੁੜਦੇ। ਕਹਿੰਦੇ ਬੜੇ ਯੋਗੀ ਸਾਧੂ ਮਰਦ ਨੂੰ ਮਿਲਦੇ ਆ ਵੀ ਚਲੋ ਇਹਨੂੰ ਸੇਵਕ ਬਣਾ ਲਈਏ, ਆਪਣਾ ਚੇਲਾ ਹੀ ਸਹੀ। ਪਰ ਜਦੋਂ ਗੁਰੂ ਸਾਹਿਬ ਨਾਲ ਬਹਿ ਕੇ ਚਰਚਾ ਕਰਦੇ ਆ, ਸਤਿਗੁਰ ਅੱਗੋਂ ਬਚਨ ਕਰਦੇ ਆ, ਚਰਨਾਂ ਤੇ ਸਿਰ ਰੱਖ ਕੇ ਕਹਿੰਦੇ ਬਾਬਾ ਤੂੰ ਧੰਨ ਹੈ, ਆਖੋ ਸਤਿਨਾਮ, ਸਾਨੂੰ ਆਪਣੇ ਨਾਲ ਜੋੜਨਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਗਰਮੀ ਦੀ ਰੁੱਤ ਵਿੱਚ ਪਤਾ ਨਹੀਂ ਕਿੰਨਿਆਂ ਨੂੰ ਉਪਦੇਸ਼ ਦੇ ਕੇ ਢਾਰ ਰਹੇ। ਉਹਨਾਂ ਤੇ ਜੀਵਨ ਇਸੇ ਕੰਮ ਵਾਸਤੇ ਹੈ, ਪਰਉਪਕਾਰ ਵਾਸਤੇ। ਲੋਕਾਂ ਨੂੰ ਲੱਗਦਾ ਗਾਵਾਂ ਮੱਝਾਂ ਚਾਰਦੇ, ਲੋਕੀ ਦੁਨਿਆਵੀ ਗੱਲਾਂ ਕਰਦੇ, ਮਾੜਾ ਚੰਗਾ ਇਹ ਆ ਉਹ, ਉਹਨਾਂ ਨੂੰ ਫਰਕ ਨਹੀਂ ਪੈਂਦਾ। ਉਹ ਆਪਣੇ ਜੀਵਨ ਵਿੱਚ ਨਾਮ ਦਾ ਛਿੱਟਾ ਦੇ ਰਹੇ ਆ। ਟੁੱਟਿਆਂ ਲੋਕਾਂ ਨੂੰ ਰੱਬ ਨਾਲ ਜੋੜਦੇ ਹਨ। ਸੁੱਕੇ ਜਲ ਕਰਦਮ ਬਿਹਰਾਨੀ, ਜਨ ਪ੍ਰੇਮੀ ਔਰ ਸਿੱਖ ਸਿਖਾਨੀ। ਪਰ ਗੁਰੂ ਸਾਹਿਬ ਦੇ ਪ੍ਰੇਮੀ ਇਕੱਠੇ ਹੋ ਕੇ ਜਾਣ ਲੱਗ ਪਏ, ਤੇ ਜਿਨ੍ਹਾਂ ਨੂੰ ਸਤਸੰਗ ਦਾ ਸਵਾਦ ਆਉਂਦਾ ਸੀ। ਕਦੇ ਕਦੇ ਭਾਈ ਬਾਲਾ ਜੀ ਵੀ ਸਤਿਗੁਰਾਂ ਨੂੰ ਜੰਗਲਾਂ ਵਿੱਚ ਜਾ ਮਿਲਦੇ, ਬਹਿ ਆਉਂਦੇ ਆ, ਤੇ ਲੋਕ ਨਿੰਦਕ ਗੱਲਾਂ ਕਰਦੇ। ਟੋਬਿਆਂ ਦਾ ਕਿਤੇ ਪਾਣੀ ਸੁੱਕ ਗਿਆ ਗਰਮੀ ਕਰਕੇ, ਪਤਾ ਨਹੀਂ ਨਾਨਕ ਕਿਹੜੇ ਚਬੱਚਿਆਂ 'ਚ ਪਾਣੀ ਪਿਲਾਉਂਦਾ, ਇਹ ਕਿਹੜੀਆਂ ਝਾਲਾਂ ਤੇ ਲੈ ਜਾਂਦਾ ਪਸ਼ੂਆਂ ਨੂੰ। ਕਹਿੰਦੇ ਆਪ ਤੇ ਭੁੱਖਾ ਰਹਿੰਦਾ, ਪਸ਼ੂ ਵੀ ਦੇਖ ਭੁੱਖੇ ਮਾਰਦੇ। ਪਿਤਾ ਜੀ ਨੂੰ ਆ ਕੇ ਲੋਕ ਸਮਝੋ, ਕਲਿਆਣ ਚੰਦ ਭਾਈ ਤੇਰਾ ਪੁੱਤ ਗਰਮੀ 'ਚ ਜਾਂਦਾ ਹੈ, ਪਸ਼ੂਆਂ ਦੀਆਂ ਜੀਭਾਂ ਨਿਕਲੀਆਂ ਪਈਆਂ, ਪਾਣੀ ਕਿੱਥੋਂ ਪਿਲਾਉਂਦਾ ਹੈ? ਉਹ ਸੋਚਦੇ ਵੀ ਜੇ ਨਾਨਕ ਜਾਉਣੀ ਹਟ ਜੇ, ਕਿਉਂਕਿ ਜਦੋਂ ਉਹ ਜਾਂਦੇ ਆ ਲੋਕ ਕਹਿੰਦੇ ਤੈਨੂੰ ਕੀ ਹੋਇਆ, ਜਦੋਂ ਉਹ ਮੱਝਾਂ ਚਰਨ ਜਾ ਸਕਦਾ ਤੂੰ ਨਹੀਂ ਜਾਂਦਾ। ਤੇ ਪਿਤਾ ਜੀ ਨੇ ਬੜੀ ਵਾਰ ਆਪਣੇ ਪੁੱਤਰ ਨੂੰ ਕਹਿਣਾ, ਪੁੱਤ ਗਰਮੀ ਬੜੀ, ਰਹਿਣ ਦਿਓ, ਨਾ ਜਾਇਆ ਕਰੋ। ਸਤਿਗੁਰ ਨਾ ਹਾਂ ਕਰਦੇ ਨਾ ਕਰਦੇ, ਹੁਣ ਬਹੁਤੀ ਸੁਣਦੇ ਨਹੀਂ। ਉਹ ਆਪਣੀ ਮਰਿਆਦਾ ਦੇ ਅਨੁਸਾਰ ਨਿਤਾ ਪ੍ਰਤ
ਮੱਝਾਂ ਚਾਰਨ ਜਾਂਦੇ ਹਨ। ਸਹਿਤ ਧੂਰ ਬਹੁ ਭਰਮਤ ਪਗੂਰੇ, ਜਿਉ ਮਤ ਭਰਮਤ ਬਿਨਾ ਗੁਰ ਪੂਰੇ। ਸਵੇਰੇ ਸਵੇਰੇ ਮਰਦ ਸਵੱਛ ਵਸਤਰ ਪਾ ਕੇ ਜਾਂਦੇ ਆ, ਪਸ਼ੂਆਂ ਦੇ ਪੈਰਾਂ ਨਾਲ ਮਿੱਟੀ ਉੱਡ ਕੇ ਚਿਹਰੇ ਤੇ ਪੈਂਦੀ ਹੈ। ਕਹਿੰਦੇ ਚਿਹਰਾ ਭਰਿਆ ਹੁੰਦਾ ਹੈ, ਹੱਥ ਮਾਰੋ ਤੇ ਮਿੱਟੀ ਨਾਲ ਭਰ ਹੁੰਦਾ ਹੈ। ਜਿਹੜੇ ਪਸ਼ੂ ਚਾਰਦੇ ਉਹਨਾਂ ਨੂੰ ਪੁੱਛ ਕੇ ਵੇਖੋ ਹਾਲਾਤ ਕਿਹੋ ਜਿਹੇ ਹੋ ਜਾਂਦੇ ਆ। ਕਿਤੇ ਅੱਜ ਦੇ ਸਮੇਂ ਹਾਈਵੇ ਤੇ ਕੰਮ ਚੱਲਦਾ ਹੋਵੇ ਨਾ, ਰੋਡ ਬਣਦਾ ਹੋਵੇ ਤੇ ਲੰਘਣ ਵਾਲਿਆਂ ਦੀ ਸ਼ਕਲ ਵੇਖਣ ਵਾਲੀ ਹੁੰਦੀ, ਮਿੱਟੀ ਨਾਲ ਕਿੱਦਾਂ ਭਰੀ ਆ, ਲੋਕਾਂ ਦਾ ਤੇ ਪਾਊਡਰ ਕਰੀਮ ਦੇ ਵਿੱਚ ਹੀ ਰਹਿ ਜਾਂਦਾ, ਇੰਨੀ ਡਸਟ ਹੁੰਦੀ ਹੈ। ਜਦ ਪਸ਼ੂਆਂ ਦੇ ਪੈਰ ਉੱਠਦੇ ਆ, ਮਿੱਟੀ ਉੱਡਦੀ ਹੈ, ਉਹ ਸਾਰੀ ਮਿੱਟੀ ਆ ਕੇ ਚਿਹਰੇ ਤੇ ਪੈਂਦੀ ਹੈ। ਚਿਹਰਾ ਤਾਂ ਘਰ ਆ ਕੇ ਧੋਣਾ। ਕਹਿੰਦੇ ਜਦੋਂ ਮਹਾਰਾਜ ਨੇ ਘਰੇ ਆਉਣਾ, ਮਾਤਾ ਨੇ ਵੇਖ ਕੇ ਗੁੱਸਾ ਕਰਨਾ, ਪੁੱਤਰ ਮੂੰਹ ਸਿਰ ਕਾਲਾ ਹੋ ਜਾਂਦਾ ਹੈ, ਕੀ ਲੋੜ ਪਈ ਹੈ? ਅੱਤ ਦੀ ਤਪ ਛੱਤ ਦੀ ਗਰਮੀ ਦੇ ਵਿੱਚ ਰੰਗ ਵੀ ਕਾਲਾ ਹੁੰਦਾ ਜਾਂਦਾ ਏ। ਮ੍ਰਿਗ ਤ੍ਰਿਸ਼ਨ ਕੋ ਹੀਰੇ ਨੀਰਾ, ਦੌਰਤ ਮ੍ਰਿਗ ਨਹਿ ਪਾਵੇ ਧੀਰਾ। ਗੁਰੂ ਸਾਹਿਬ ਦੇ ਪ੍ਰੇਮੀ ਪਿਆਰ ਕਰਨ ਵਾਲੇ ਉਹ ਵੀ ਗਰਮੀ 'ਚ ਭੱਜੇ ਜਾਂਦੇ ਆ, ਨਾ ਧੁੱਪ ਦੇਖਦੇ ਨਾ ਛਾਂ ਵੇਖਦੇ। ਪ੍ਰੇਮ ਦੀ ਨਿਸ਼ਾਨੀ ਹੈ, ਜਿੱਥੇ ਪ੍ਰੇਮ ਹੈ ਨਾ ਧੁੱਪ ਹੈ, ਨਾ ਛਾਂ ਹੈ, ਨਾ ਗਰਮੀ ਹੈ, ਨਾ ਠੰਡ ਹੈ। ਸੋਚਦਾ ਹੀ ਕੁਛ ਨਹੀਂ ਦੁਨੀਆ ਦਾ। ਉਹ ਜੀਵਨ 'ਚ ਆਨੰਦ ਰਸ ਹੀ ਬਹੁਤ ਹੁੰਦਾ ਹੈ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜਾ ਕੇ ਬਹਿੰਦੇ ਆ, ਘਰੇ ਲਾਂਭੇ ਆਉਣ ਲੱਗੇ। ਕਹਿੰਦੇ ਪੁੱਤਰ ਤੁਹਾਡਾ ਮੱਝਾਂ ਚਾਰਨ ਜਾਂਦਾ ਹੈ, ਮੱਝਾਂ ਧੁੱਪੇ ਫਿਰਦੀਆਂ ਰਹਿੰਦੀਆਂ ਨੇ। ਨਾਨਕ ਜੀ ਕਰਕੇ ਲੋਕਾਂ ਨੂੰ ਇਕੱਠੇ ਪਤਾ ਨਹੀਂ ਕਿਹੜਾ ਉਪਦੇਸ਼ ਸੁਣਾਉਂਦੇ ਆ। ਤੇ ਪਿਤਾ ਕਦੇ ਕਦੇ ਸਟਿਕ ਹੋ ਕੇ ਝੜਕ ਵੀ ਦਿੰਦੇ, ਫਿਰ ਯਾਦ ਆ ਜਾਂਦਾ ਵੀ ਰਾਜਗੁਰੂ ਸਾਹਿਬ ਨੇ ਆਖਿਆ ਝੜਕਣਾ ਨਹੀਂ, ਆਖੋ ਸਤਿਨਾਮ ਕਹਿਣਾ ਕੁਛ ਨਹੀਂ। ਪਰ ਫਿਰ ਵੀ ਨਾਨਾ ਕਰਦੇ ਆਖ ਜਾਂਦੇ ਨੇ। ਜਿਉ ਮਨ ਵਿਖਿਆ ਸੁਪਨ ਹਿਤ ਤਾਈ, ਤ੍ਰਿਪਤ ਨ ਹੋਤ ਨਾ ਥਿਤ ਪਾਈ। ਇਸ ਸਮੇਂ ਦੌਰਾਨ 7 ਮਹੀਨੇ ਮਰਦ ਨੇ ਜਦੋਂ ਮੱਝਾਂ ਚਾਰੀਆਂ, 7 ਮਹੀਨਿਆਂ 'ਚ ਪਤਾ ਨਹੀਂ ਲੱਖਾਂ ਦਾ ਉਧਾਰ ਕਰਦਾ। ਜਿਹਨੂੰ ਮਰਦ ਬੰਦਗੀ ਦੀ ਦਾਤ ਦੇ ਦਿੰਦੇ ਆ ਨਾ, ਰੱਬ ਨਾਲ ਜੋੜ ਦਿੰਦੇ ਆ, ਨਾਮ ਨਾਲ ਜੋੜ ਦਿੰਦੇ ਆ, ਉਹ ਤੇ ਦੁਨੀਆ ਦੇ ਜਨਮ ਮਰਨ ਤੋਂ ਪਾਸੇ ਹੋ ਕੇ ਅੰਦਰੋਂ ਆਨੰਦ ਲੈ ਲੈਂਦਾ। ਤੇ ਜਿਨ੍ਹਾਂ ਨੂੰ ਸਤਿਗੁਰਾਂ ਦੀ ਸਾਰ ਕੋਈ ਨਹੀਂ, ਉਹ ਬਸ ਵੱਧ ਤੋਂ ਵੱਧ ਨਿੰਦਿਆ ਹੀ ਕਰ ਸਕਦੇ ਆ, ਚੰਗਾ ਮਾੜਾ ਕਹਿ ਦਿੰਦੇ। ਗੁਰੂ ਸਾਹਿਬ ਨੂੰ ਫਰਕ ਨਹੀਂ ਪੈਂਦਾ, ਕਿਉਂਕਿ ਰਾਹ ਨਹੀਂ ਹੈ। ਹੁਣ ਜੇ ਆਪਾਂ ਨੂੰ ਕੋਈ ਮਾੜਾ ਕਹੂਗਾ, ਆਪਾਂ ਸਫਾਈ ਦੇਣ ਕਿਉਂ ਜਾਣਾ ਹੈ, ਲੜਨ ਕਿਉਂ ਜਾਣਾ ਹੈ? ਕਿਉਂਕਿ ਉਸ ਵਿਅਕਤੀ ਕੋਲ ਬੈਠਣ ਦਾ, ਉਹਦੇ ਨਾਲ ਆਉਣ ਜਾਣ ਦਾ ਸਾਡਾ ਕੋਈ ਰਿਸ਼ਤਾ ਨਹੀਂ ਹੈ ਵੀ ਸਫਾਈਆਂ ਦਿੰਦੇ ਫਿਰੀਏ ਲੋਕਾਂ ਨੂੰ, ਅਸੀਂ ਕਿੰਨੇ ਕੁ ਚੰਗੇ ਤੇ ਕਿੰਨੇ ਕੁ ਮਾੜੇ, ਅਸੀਂ ਕਿਹੜਾ ਨਾਲ ਰਹਿਣਾ ਕਿਸੇ। ਗੁਰੂ ਨਾਨਕ ਸਾਹਿਬ ਮਹਾਰਾਜ ਸੋਚਦੇ ਆ ਵੀ ਮੇਰਾ ਇਹਨਾਂ ਲੋਕਾਂ ਦੇ ਨਾਲ ਕੋਈ ਵਾਸਤਾ ਨਹੀਂ ਹੈ। ਅਸੀਂ ਇਕੱਲੇ ਇਸ ਪਿੰਡ ਰਾਏ ਭੋਏ ਦੀ ਤਲਵੰਡੀ ਵਾਸਤੇ ਨਹੀਂ ਆਏ। ਸਾਡਾ ਤੇ ਮਕਸਦ ਹੈ ਸ੍ਰਿਸ਼ਟੀ ਨੂੰ ਤਾਰਨਾ। ਇਸ ਤਪਸ਼ ਵਿੱਚ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ। ਇਹ ਜਿਹੜਾ ਜਗ ਸੜਦਾ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਈਰਖਾ ਦੇ ਵਿੱਚ, ਸਤਿਗੁਰ ਤੇ ਲੋਕਾਂ ਨੂੰ ਇਹਦੇ ਵਿੱਚੋਂ ਕੱਢ ਰਹੇ ਆ। ਭਾਈ ਇਸ ਦੁਨੀਆ ਵਿੱਚ ਰਹਿ ਕੇ ਸ਼ਾਂਤ ਰਹਿਣਾ ਹੈ, ਇਕਾਗਰ ਰਹਿਣਾ ਹੈ, ਅੰਦਰ ਆਨੰਦ ਹੋਣਾ ਚਾਹੀਦਾ ਹੈ, ਵਿਕਾਰਾਂ ਦੇ ਵਿੱਚ ਡੁੱਲਣਾ ਨਹੀਂ ਹੈ। ਗੁਰੂ ਸਾਹਿਬ ਦਾ ਉਪਦੇਸ਼ ਸੁਣ ਸੁਣ ਕੇ ਕਹਿੰਦੇ ਯੋਗੀਆਂ ਨੇ ਅੱਗੇ ਜਾ ਕੇ ਦੱਸਣਾ, ਅਸੀਂ ਤੇ ਫਲਾਣੇ ਤੋਂ ਉਪਦੇਸ਼ ਲੈ ਕੇ ਆਏ ਆ ਭਾਈ, ਉਹ ਬਾਲਕ ਬੜਾ ਸੋਹਣਾ ਉਪਦੇਸ਼ ਦਿੰਦਾ ਏ। ਕਹਿੰਦੇ ਯੋਗੀਆਂ ਦੀਆਂ ਮੰਡਲੀਆਂ ਆਉਣੀਆਂ ਸ਼ੁਰੂ ਹੋ ਗਈਆਂ, ਸੈਂਕੜੇ ਯੋਗੀ ਸਾਧੂ ਆਉਂਦੇ ਆ। ਮਰਦ ਕਈ ਵਾਰ ਭੋਜਨ ਬਣਾ ਕੇ ਘਰੋਂ ਲੈ ਆਉਂਦੇ, ਛਕਾ ਆਉਂਦੇ ਆ। ਮਾਤਾ ਜੀ ਨੇ ਆਪਣੇ ਪੁੱਤ ਨੂੰ ਕਦੇ ਨਹੀਂ ਝਿੜਕਿਆ, ਕਦੇ ਨਹੀਂ ਰੋਕਿਆ। ਸਿਰਫ ਮਾਂ ਇਸ ਗੱਲ ਕਰਕੇ ਆਖਦੀ, ਪੁੱਤ ਧੁੱਪ ਵਿੱਚ ਰੰਗ ਕਾਲਾ ਹੋ ਗਿਆ ਬੇਟਾ, ਤੁਹਾਡਾ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ, ਕਿਉਂਕਿ ਖਾਣਾ ਪੀਣਾ ਘੱਟ ਹੈ, ਪਾਣੀ ਘੱਟ ਪੀਂਦੇ ਆ, ਸਾਰਾ ਦਿਨ ਧੁੱਪ ਦੇ ਵਿੱਚ ਗੁਰੂ ਸਾਹਿਬ ਆਪ ਵਿਚਰ ਰਹੇ ਆ, ਸਾਰਾ ਦਿਨ ਲੰਘ ਜਾਂਦਾ ਹੈ, ਧੂੜ ਪੈ ਜਾਂਦੀ ਹੈ। ਪਰ ਮਾਤਾ ਦੇ ਕੋਲ ਬਹਿ ਕੇ ਸਤਿਗੁਰਾਂ ਨੇ ਕਹਿਣਾ, ਮਾਂ ਮੈਨੂੰ ਫਰਕ ਨਹੀਂ ਹੁੰਦਾ, ਮੈਨੂੰ ਰੱਬ ਦੀ ਬਣਾਈ ਹੋਈ ਗਰਮੀ ਤੇ ਉਹਦੀ ਬਣਾਈ ਹੋਈ ਸਰਦੀ ਬੜੀ ਹੀ ਚੰਗੀ ਲੱਗਦੀ ਹੈ। ਬਸ ਪੰਛੀ ਹੀਰੇ ਤਰਛਾਇਆ, ਬੈਸੇ ਤਪਤੇ ਤੀ ਸੁਖ ਪਾਇਆ। ਭਾਈ ਬਾਲਾ ਜੀ ਕਹਿੰਦੇ ਕਈ ਵਾਰ ਮੈਂ ਜਾ ਕੇ ਵੇਖਣਾ, ਗੁਰੂ ਸਾਹਿਬ ਇਕੱਲੇ ਬੈਠੇ ਹੁੰਦੇ, ਜਿਹੜੇ ਰੁੱਖ ਥੱਲੇ ਸਤਿਗੁਰ ਬੈਠੇ, ਉਸ ਰੁੱਖ ਦੇ ਉੱਤੇ ਸੈਂਕੜੇ ਪੰਛੀ ਬੈਠੇ ਹੁੰਦੇ। ਕਾਹਦੇ ਲਈ? ਕਹਿੰਦੇ ਰੱਬ ਪਿਆਰੇ ਦੇ ਬਚਨਾਂ ਨੂੰ ਸੁਣਨ ਆਉਂਦੇ, ਆਖੋ ਸਤਿਨਾਮ। ਕਈ ਵਾਰ ਗੁਰੂ ਸਾਹਿਬ ਆਪ ਮੁਹਾਰੇ ਬਾਣੀ ਦੇ ਸ਼ਬਦ ਗਾਉਂਦੇ, ਸੈਂਕੜੇ ਪਰਿੰਦੇ, ਸੈਂਕੜੇ ਪੰਛੀ ਗੁਰੂ ਸਾਹਿਬ ਦੇ ਬਚਨਾਂ ਨੂੰ ਸੁਣਦੇ ਨੇ। ਕਿੱਡੇ ਭਾਗਾਂ ਵਾਲੇ ਹੋਣੇ ਜਿਨ੍ਹਾਂ ਉਸ ਰੱਬ ਪਿਆਰੇ ਨੂੰ ਆਪਣੀ ਅੱਖੀ ਵੇਖਿਆ ਤੇ ਕੰਨੀ ਸੁਣਿਆ। ਬੰਦਿਆਂ ਨਾਲੋਂ ਤੇ ਉਹ ਪੰਛੀ ਚੰਗੇ ਸੀ। ਲੋਕ ਤੇ ਨਿੰਦਿਆ ਕਰਦੇ ਸੀ ਉਸ ਰੱਬ ਨਿਰੰਕਾਰ ਪਰਮਾਤਮਾ ਦੀ, ਜਿਨ੍ਹਾਂ ਨੂੰ ਸਮਝ ਨਹੀਂ ਸੀ, ਜਿਨ੍ਹਾਂ ਦੇ ਭਾਗ ਮਾੜੇ ਸੀ।
ਪਰ ਇਹਨਾਂ ਬੰਦਿਆਂ ਨਾਲੋਂ ਪੰਛੀ ਚੰਗੇ ਜੋ ਗੁਰੂ ਸਾਹਿਬ ਦੇ ਨਾਮ ਜਪੇ ਦੀ ਆਵਾਜ਼ ਨੂੰ ਆਪਣੇ ਕੰਨਾਂ ਨਾਲ ਸੁਣਦੇ ਸੀ। ਭਾਈ ਬਾਲਾ ਗੁਰੂ ਅੰਗਦ ਦੇਵ ਮਹਾਰਾਜ ਸੁਣਾ ਰਹੇ ਨੇ, ਕਹਿੰਦੇ ਪਾਤਸ਼ਾਹ ਇੱਕ ਨਹੀਂ ਹਜ਼ਾਰਾਂ ਚੋਜ ਵਰਤੇ, ਲੱਖਾਂ ਲੋਕਾਂ ਦਾ ਉਧਾਰ ਗੁਰੂ ਸਾਹਿਬ ਨੇ ਨਾ ਜੰਗਲਾਂ ਦੇ ਵਿੱਚ ਕੀਤਾ। ਪਰ ਮਾਂ ਬਾਪ ਸਟਿਕ ਹੋ ਗਏ, ਕਹਿੰਦੇ ਪੁੱਤ ਜੰਗਲਾਂ ਵਿੱਚ ਚਾਰ ਨੂੰ ਪਸ਼ੂ ਨਹੀਂ ਜਾਣਾ, ਕੋਈ ਨੁਕਸਾਨ ਹੋ ਸਕਦਾ, ਕਦੀ ਗਰਮੀ ਹੈ, ਜੰਗਲੀ ਜਾਨਵਰ ਭੁੱਖੇ ਪਿਆਸੇ ਤੁਰੇ ਫਿਰਦੇ ਆ, ਤੁਸੀਂ ਬੇਪਰਵਾਹ ਹੋ ਕੇ ਨੰਗੇ ਪੈਰ ਤੁਰ ਜਾਂਦੇ ਆ। ਪਰ ਸਤਿਗੁਰ ਏਡੇ ਬੇਪਰਵਾਹ ਨੇ, ਕਹਿੰਦੇ ਜੀ ਪੈਰਾਂ ਦੇ ਉੱਤੇ ਜ਼ਖਮ ਹੋਣੇ ਸ਼ੁਰੂ ਹੋ ਗਏ, ਨੰਗੇ ਪੈਰ ਚਲੇ ਜਾਂਦੇ ਆ, ਮੁੱਖ ਤੇ ਧੂੜ ਜੰਮ ਜਾਂਦੀ ਹੈ, ਰੰਗ ਕਾਲਾ ਹੋ ਗਿਆ, ਸਰੀਰ ਕਮਜ਼ੋਰ ਹੋ ਗਿਆ। ਮਾਪਿਆਂ ਨੂੰ ਇਸ ਗੱਲ ਦੀ ਚਿੰਤਾ ਹੈ, ਪਿਤਾ ਦੀ ਹਟਾਉਣਾ ਚਾਹੁੰਦੇ ਆ, ਪਰ ਸਤਿਗੁਰਾਂ ਨੂੰ ਨਾਮ ਦਾ ਰੰਗ ਚੜਿਆ ਹੋਇਆ, ਉਹ ਹਟਦੇ ਨਹੀਂ, ਉਹ ਜਾ ਰਹੇ ਨੇ। ਕਈ ਮਹੀਨਿਆਂ ਤੱਕ ਇਹ ਹੁੰਦਾ ਰਿਹਾ। ਰਾਏ ਬਲਾਰ ਸਾਹਿਬ ਨੇ ਬੜੀ ਵਾਰ ਬੇਨਤੀ ਭੇਜੀ ਆਪਣੇ ਪੁੱਤਰ ਨੂੰ, ਪਸ਼ੂ ਚਾਰਨ ਤੋਂ ਹਟਾਓ, ਕਿਉਂਕਿ ਨਾਨਕ ਸ਼ੋਭਾ ਨਹੀਂ ਦਿੰਦੇ। ਉਹ ਘਰੇ ਬੈਠਣ, ਸਭ ਸੁੱਖ ਸਹੂਲਤਾਂ ਉਹਨਾਂ ਦੇ ਕੋਲ ਨੇ, ਬੰਦਗੀ ਕਰਨੀ ਘਰ ਬਹਿ ਕੇ ਕਰ ਲੈਣ, ਪਰ ਗੁਰੂ ਸਾਹਿਬ ਕੁਦਰਤ ਦੀ ਗੋਦ ਵਿੱਚ ਖੇਡਦੇ ਆ, ਜੰਗਲਾਂ ਵਿੱਚ ਰਹਿੰਦੇ ਆ। ਸੋ ਸਮੇਂ ਦੀ ਸਮਾਪਤੀ ਆ। ਅਗਲੇ ਜਿਹੜੇ ਜੋ ਕੱਲ ਦੇ ਦੀਵਾਨਾਂ ਵਿੱਚ ਪ੍ਰਸੰਗ ਆਰੰਭ ਹੋਣਗੇ, ਅੱਜ ਪ੍ਰਸੰਗਾਂ ਦੀ ਸਮਾਪਤੀ ਹੈ। ਵਾਹਿਗੁਰੂ 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 ਵਾਹਿਗੁਰੂ।